ਸਭ ਵੀਰਾਂ ਭੈਣਾਂ ਦਾ ਸਵਾਗਤ ਹੈ ਜੀ। ਆਓ ਮਰਿਆਦਾ ਅਨੁਸਾਰ ਸਭ ਤੋਂ ਪਹਿਲਾਂ ਅਸੀਂ ਸਤਿਗੁਰੂ ਜੀ ਦਾ ਧੰਨਵਾਦ ਕਰਨ ਲਈ ਗੁਰਮੰਤਰ ਦਾ ਜਾਪ ਕਰੀਏ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਨੇ ਅਸਾਂ ਸਭ ਨੂੰ ਇਹ ਜੁੜਨ ਦਾ ਬਹੁਤ ਵਧੀਆ ਸੁਭਾਗ ਸਮਾਂ ਬਖਸ਼ਿਸ਼ ਕੀਤਾ ਸਤਿਗੁਰੂ ਜੀ ਨੇ। ਤੋ ਜਿੱਥੇ ਅਸੀਂ ਗੁਰਬਾਣੀ ਬਾਰੇ ਹੋਰ ਨਿਤ ਨਵਾਂ ਹਰ ਰੋਜ਼ ਚਾਨਣ ਸਾਨੂੰ ਮਿਲਦਾ, ਉੱਥੇ ਇਸ ਗੱਲ ਦੀ ਖੁਸ਼ੀ ਹੈ ਕਿ ਬੜੇ ਚਿਰਾਂ ਤੋਂ ਜਿਨ੍ਹਾਂ ਵੀਰਾਂ ਭੈਣਾਂ ਤੋਂ ਅਸੀਂ ਇੱਕ ਦੂਜੇ ਤੋਂ ਦੂਰ ਹਾਂ, ਉਹਨਾਂ ਦੇ ਦਰਸ਼ਨ ਇਸ ਮਾਧਿਅਮ ਨਾਲ ਸਾਨੂੰ ਹੋ ਰਹੇ ਨੇ। ਤੋ ਇਸ ਲਈ ਸਤਿਗੁਰੂ ਜੀ ਦਾ ਇੱਕ ਵਾਰ ਫੇਰ ਮੈਂ ਸ਼ੁਕਰਗੁਜ਼ਾਰ ਹਾਂ। ਤੋ ਅੱਜ ਦਾ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ, ਹਰ ਸੋਮਵਾਰ ਸਵਾਲ ਜਵਾਬ ਦਾ ਸੈਸ਼ਨ ਹੁੰਦਾ, ਤੋ ਉਹ ਆਪਾਂ ਸ਼ੁਰੂ ਕਰਨ ਲੱਗੇ ਹਾਂ। ਇੱਕ ਬੇਨਤੀ ਹੈ ਕਿ ਪਿੱਛੇ ਗਿਣਤੀ 100 ਤੱਕ, 100 ਤੋਂ ਵੀ ਜ਼ਿਆਦਾ ਪਹੁੰਚ ਗਈ ਸੀ, ਪਰ ਉਹ ਕੁਛ ਘਟ ਰਹੀ ਹੈ। ਕੱਲ ਮੇਰੇ ਹਿਸਾਬ ਨਾਲ 61 ਤੱਕ ਗਿਣਤੀ ਗਈ ਹੈ। ਸੋ ਇਹਦੇ ਆਲੇ ਦੁਆਲੇ ਚੱਲਦੀ ਹੈ। ਤੇ ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿ ਜਿਹੜੇ ਸਾਡੇ ਮਿਲਣ ਵਾਲੇ ਨੇ, ਉਹਨਾਂ ਨੂੰ ਅਗਰ ਉਹ ਨਹੀਂ ਆ ਰਹੇ ਤਾਂ ਉਹਨਾਂ ਨੂੰ ਕਿਰਪਾ ਕਰਕੇ ਆਪਾਂ ਬੇਨਤੀ ਕਰੀਏ ਵੀ ਤੁਸੀਂ ਜੁੜੋ। ਇੱਕ ਇਫੈਕਟ ਤੇ ਹੋ ਸਕਦਾ ਵੀ ਲਾਕਡਾਊਨ ਜਿਹੜਾ ਉਹ ਖਤਮ ਹੋ ਗਿਆ ਤੇ ਹੁਣ ਬਹੁਤ ਸਾਰੇ ਅਦਾਰੇ ਖੁੱਲ੍ਹ ਗਏ ਨੇ, ਤੇ ਹੋ ਸਕਦਾ ਕਈਆਂ ਨੂੰ ਇਹ ਸਮਾਂ ਜਿਹੜਾ ਉਹ ਨਾ ਸ਼ਾਇਦ ਸੂਟ ਕਰਦਾ ਹੋਵੇ, ਪਰ ਫਿਰ ਵੀ ਸਾਡੀ ਡਿਊਟੀ ਬਣਦੀ ਹੈ ਵੀ ਸਾਡੇ ਸੱਜੇ ਖੱਬੇ ਜਿਹੜੇ ਸਾਡੇ ਵਾਕਫਕਾਰ ਨੇ ਇਸ ਪਲੇਟਫਾਰਮ ਤੇ ਜੁੜੇ। ਅਗਰ ਨਹੀਂ ਆ ਰਹੇ ਤਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਬੇਨਤੀ ਜ਼ਰੂਰ ਕਰੀਏ। ਇਹ ਮੇਰੀ ਬੇਨਤੀ ਪ੍ਰਵਾਨ ਕਰਨਾ ਜੀ। ਸ਼ੁਕਰੀਆ। ਤੋ ਆਓ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਕਿ ਪੈਨਲ ਦੇ ਜਿਹੜੇ ਵੀਰ ਨੇ ਉਹ ਇੱਕ ਵਾਰੀ ਸੰਗਤ ਦੇ ਸਨਮੁਖ ਹੋ ਜਾਣ। ਤੋ ਸਾ ਮਨਮੋਹਨ ਸਿੰਘ ਜੀ ਪੁੰਛ ਸਰਕਲ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਅਨੰਦਪੁਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾ MP ਸਿੰਘ ਜੀ ਦਿੱਲੀ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਗਿਆਨੀ ਅੰਮ੍ਰਿਤਪਾਲ ਸਿੰਘ ਜੀ ਅਨੰਦਪੁਰ ਸਾਹਿਬ ਤੋਂ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਅੰਮ੍ਰਿਤਪਾਲ ਸਿੰਘ ਜੀ ਲੁਧਿਆਣੇ ਵਾਲੇ, ਉਹ ਥੋੜਾ ਬਾਅਦ ਜੁਆਇਨ ਕਰਨਗੇ। ਚਰਨਜੀਤ ਸਿੰਘ ਜੀ ਦੱਸ ਰਹੇ ਸੀ ਉਹਨਾਂ ਦਾ ਪ੍ਰੋਗਰਾਮ ਕੋਈ ਲਾਈਵ ਹੁੰਦਾ, ਤਾਂ ਉਹ ਅੱਧੇ ਘੰਟੇ ਬਾਅਦ ਜੁਆਇਨ ਕਰਨਗੇ। ਪਿਛਲੇ ਹਫਤੇ ਵੀ ਇਸ ਹਿਸਾਬ ਨਾਲ ਆਏ ਸੀ। ਤੋ ਆਪ ਸਭ ਜਿੱਥੇ ਪਾਰਟਿਸਪੈਂਟਸ ਦਾ ਸਵਾਗਤ ਹੈ ਜੀ। ਤੋ ਆਓ ਆਪਾਂ ਸਾਰੇ ਰਲ ਮਿਲ ਕੇ ਸੰਗਤ ਨਾਲ ਇਹ ਜਿਹੜੇ ਸਵਾਲ ਆਏ ਨੇ ਉਹਨਾਂ ਬਾਰੇ ਆਪਾਂ ਸਾਰੇ ਵਿਚਾਰ ਵਟਾਂਜਾ ਸਾਂਝਾ ਕਰੀਏ ਜੀ। ਤੋ ਇਜਾਜ਼ਤ ਹੋਵੇ ਤਾਂ ਸ਼ੁਰੂ ਕਰਦੇ ਹਾਂ ਜੀ। ਹਾਂਜੀ, ਸਭ ਤੋਂ ਪਹਿਲਾਂ ਇਹ ਬੇਨਤੀ ਹੈ ਕਿ ਸਾਧ ਸੁਰਿੰਦਰ ਸਿੰਘ ਜੀ ਨੂੰ
ਔਰ ਡਾਕਟਰ ਜਗਜੀਤ ਸਿੰਘ ਜੀ ਜੋ ਸ਼ਿਕਾਗੋ ਤੇ ਨੇ, ਉਹਨਾਂ ਨੇ ਇੱਕ ਸਵਾਲ ਭੇਜਿਆ ਸੀ। ਉਸ ਦਿਨ ਉਹ ਪਿਛਲੇ ਹਫਤੇ ਕਲਾਸ ਦੇ ਵਿੱਚ ਡਿਸਕਸ ਹੋਇਆ ਸੀਗਾ। ਉਹ ਸਵਾਲ ਉਹਨਾਂ ਦਾ ਨੋਟ ਕਰ ਲਿਆ ਗਿਆ ਸੀ। ਸਵਾਲ ਹੈ, ਸ਼ਰਧਾਲੂ ਇੱਕ ਆਸਥਾ ਲੈ ਕੇ ਜਾਂਦਾ ਹੈ ਗੁਰਦੁਆਰਾ ਸਾਹਿਬ, ਮੰਗਣ ਲਈ ਜਾਂਦਾ। ਠੀਕ ਹੈ, ਅਸੀਂ ਭਿਖਾਰੀ ਤੇਰੇ ਤੂਨੇ ਦਾਤਾ, ਇੱਥੇ ਤੱਕ ਠੀਕ ਹੈ। ਉਹਨਾਂ ਨੇ ਜਿਹੜਾ ਕੁਛ, ਹਾਲਾਂਕਿ ਗੱਲ ਬਹੁਤ ਹੀ ਜ਼ਿਆਦਾ ਕਲੀਅਰ ਨਹੀਂ ਸੀ ਹੋਈ, ਪਰ ਉਹਨਾਂ ਨੇ ਰੈਫਰੈਂਸ ਦਿੱਤਾ ਸੀ ਜਿਸ ਤਰ੍ਹਾਂ ਭਗਤ ਧੰਨਾ ਜੀ। ਤਾਂ ਸਵਾਲ ਇਸ ਕਰਕੇ ਨੋਟ ਕੀਤਾ ਗਿਆ ਕਿ ਕਿਤੇ ਐਸੀ ਉਹਨਾਂ ਦੀ ਮਨਸ਼ਾ ਕੀ ਹੈ ਵੀ ਇਹ ਗਲਤ ਨਹੀਂ ਵੀ ਜਿਸ ਤਰ੍ਹਾਂ ਇੱਕ ਪ੍ਰਚਲਿਤ ਹੈ ਕਿ ਭਗਤ ਜੀ ਨੇ ਕਿਸ ਤਰ੍ਹਾਂ ਰੱਬ ਨੂੰ ਪਾਇਆ। ਤੋ ਇਹ ਜਿਹੜੀ ਆਸਥਾ ਵੱਲ ਗਏ ਲਈ ਸ਼ਰਧਾਲੂ ਆਸਥਾ ਲੈ ਕੇ ਜਾਂਦਾ, ਇਹਦੇ ਬਾਰੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਤੁਹਾਨੂੰ ਇੱਕ ਆਪਣੇ ਹਿਸਾਬ ਦੇ ਨਾਲ ਇਹ ਪੂਰੀ ਵਿਸਥਾਰ ਸਹਿਤ ਚਾਨਣਾ ਪਾਉਂਗੇ ਜੀ। ਪ੍ਰਿੰਸੀਪਲ ਸੁਰਿੰਦਰ ਸਿੰਘ। ਕਲਾਸ ਵਿੱਚ ਸ਼ਾਮਲ ਸਾਰੇ ਹੀ ਸਤਿਕਾਰਯੋਗ ਵੀਰਾਂ ਭੈਣਾਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਰਧਾਲੂ ਆਸਥਾ ਲੈ ਕੇ ਇੱਕ ਮੰਗਤੇ ਵਾਂਗ ਗੁਰਦੁਆਰੇ ਵਿੱਚ ਜਾਂਦਾ ਹੈ। ਜਿਵੇਂ ਭਗਤ ਧੰਨਾ ਜੀ ਅੱਗੇ ਉਹਨਾਂ ਨੇ ਸਵਾਲ ਦੇ ਅੱਗੇ ਡੈਸ਼ ਲਾ ਦਿੱਤਾ ਸੀ, ਉਹ ਵੀਰ ਰਾਜਾ ਸਿੰਘ ਜੀ ਨੇ ਸਾਰੀ ਗੱਲ ਸਪਸ਼ਟ ਕਰ ਦਿੱਤੀ ਹੈ। ਪਰ ਇਹਨਾਂ ਨੇ ਬਿਲਕੁਲ ਠੀਕ ਕਿਹਾ ਹੈ ਕਿ ਪਹਿਲੀ ਗੱਲ ਬਿਲਕੁਲ ਠੀਕ ਹੈ, ਸਿੱਖ ਜਾਂ ਸ਼ਰਧਾਲੂ ਜਦੋਂ ਵੀ ਗੁਰਦੁਆਰੇ ਦੇ ਵਿੱਚ ਜਾਂਦਾ ਹੈ, ਉਹ ਦਾਤਾ ਬਣ ਕੇ ਨਹੀਂ ਬਲਕਿ ਮੰਗਤਾ ਬਣ ਕੇ ਉਹ ਗੁਰਦੁਆਰੇ ਦੇ ਵਿੱਚ ਦਾਖਲ ਹੁੰਦਾ ਹੈ। ਵੈਸੇ ਵੀ ਗੁਰੂ ਪਾਤਸ਼ਾਹ ਦਾ ਇਹ ਫਰਮਾਨ ਹੈ ਕਿ ਜਾਚਕ ਅਨੇਕ ਸੋ ਏਕ ਦਵਈਆ, ਮੰਗਣ ਵਾਲੇ ਅਨੇਕਾਂ ਹਨ। ਇਸ ਗੱਲ ਨੂੰ ਹੋਰ ਸਪਸ਼ਟ ਕਰਦਿਆਂ ਹੋਇਆਂ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਸ਼ਲੋਕ 1242 ਪੰਨੇ ਤੇ ਦਰਜ ਹੈ, ਜਿਹਦੀਆਂ ਤੁਕਾਂ ਅੰਤਲੀਆਂ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਨੇ, ਇੱਕ ਦਾਤਾ ਸਭ ਮੰਗਤੇ ਫਿਰ ਦੇਖੇ ਆਕਾਰ, ਨਾਨਕ ਐਵੇਂ ਜਾਣੀਏ ਜੀਵੈ ਦੇਵਨਹਾਰ। ਜਾਂ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ, ਜਿੰਦੇ ਟੁੱਟ ਨਾ ਆਵੇ ਅਗਨ ਭਰੇ ਭੰਡਾਰੀ। ਤਾਤਕ ਸੈਂਕੜੇ ਤੁਕਾਂ ਐਸੀਆਂ ਮਿਲਣਗੀਆਂ ਕਿ ਦਾਤਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਤੇ ਬਾਕੀ ਮੰਗਣ ਵਾਲੇ ਸਾਰੇ ਹੀ ਗੁਰੂ ਦਰ ਤੇ ਆਉਣ ਵਾਲੇ, ਉਹਨਾਂ ਨੂੰ ਇਸੇ ਨਿਮਰਤਾ ਪਿਆਰ ਸਤਿਕਾਰ ਦੇ ਨਾਲ ਗੁਰਦੁਆਰੇ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ। ਜਿੱਥੋਂ ਤੱਕ ਭਗਤ ਧੰਨਾ ਜੀ ਦੀ ਗੱਲ ਹੈ, ਉਹਨਾਂ ਦਾ ਇਸ਼ਾਰਾ ਸੀ ਡਾਕਟਰ ਸਾਹਿਬ ਦਾ ਕਿ ਜਿਵੇਂ ਭਗਤ ਧੰਨਾ ਜੀ, ਮੈਨੂੰ ਲੱਗਦਾ ਹੈ ਭਗਤ ਧੰਨਾ ਜੀ ਦੀ ਆਮ ਤੌਰ ਤੇ ਗੱਲ ਇਹੀ ਲਈ ਜਾਂਦੀ ਹੈ ਕਿ ਉਹਨਾਂ ਨੇ ਪੱਥਰ ਦੇ ਵਿੱਚੋਂ ਰੱਬ ਨੂੰ ਸ਼ਰਧਾ ਦੇ ਨਾਲ ਪ੍ਰਾਪਤ ਕਰ ਲਿਆ। ਪਰ ਜਦੋਂ ਇਸ ਸਾਖੀ ਦੀ ਪੜਤਾਲ, ਇਸ ਸਾਖੀ ਨੂੰ ਗੁਰਬਾਣੀ ਦੀ ਕਸਵੱਟੀ ਤੇ ਲਾ ਕੇ ਅਸੀਂ ਵਿਚਾਰ ਕਰਦੇ ਹਾਂ, ਤਾਂ ਪਹਿਲਾਂ ਤਾਂ ਭਗਤ ਧੰਨਾ ਜੀ ਦੇ ਆਪਣੀ ਪਾਵਨ ਬਾਣੀ ਦੇ 3 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹਨ, ਜਿਹਦੇ ਵਿੱਚੋਂ ਭਰਮੰਤ ਫਿਰਤ ਬੋ ਜਨਮ ਬਿਲਾਨੇ। ਇਸ ਸ਼ਬਦ ਦੀਆਂ ਅੰਤਲੀਆਂ ਤੁਕਾਂ ਵਿੱਚ ਭਗਤ ਧੰਨਾ ਜੀ ਆਪ ਹੀ ਕਹਿੰਦੇ ਨੇ, ਜੋਤ ਸਮਾਏ ਸਮਾਨੀ ਜਾਕੈ ਅਛੜੀ ਪ੍ਰਭ ਪਹਿਚਾਨਿਆ, ਧੰਨਾ ਧਨ ਪਾਇਆ ਧਰਨੀ ਤਰ ਮਿਲ ਜਨ ਸੰਤ ਸੰਭਾਲਿਆ। ਭਗਤ ਧੰਨਾ ਜੀ ਆਪ ਐਲਾਨ ਕਰਦੇ ਨੇ ਕਿ ਮੈਂ ਭਲੇ ਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਕੀਤੀ ਹੈ। ਤੇ ਇਸੇ ਗੱਲ ਦੀ ਪ੍ਰੋੜਤਾ ਕਰਦੇ ਹੋਏ, ਕਿਉਂਕਿ ਇਹ ਸਾਖੀ ਕਿਉਂ ਲੱਗਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਦੇ ਸਮੇਂ ਵਿਰੋਧੀਆਂ ਵੱਲੋਂ ਭਗਤ ਧੰਨਾ ਜੀ ਬਾਰੇ ਲਿਖ ਕੇ ਇਹ ਪ੍ਰਚਲਿਤ ਕਰ ਦਿੱਤੀ ਗਈ ਸੀ। ਸ਼ਾਇਦ ਇਸੇ ਹੀ ਸਾਖੀ ਦੇ ਖੰਡਨ ਦੇ ਲਈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਸ਼ਬਦ ਸਪੈਸ਼ਲ ਉਚਾਰਨ ਕੀਤਾ, ਜੋ ਭਗਤ ਧੰਨਾ ਜੀ ਦੇ ਸ਼ਬਦ ਦੇ ਨਾਲ ਹੀ ਦਰਜ ਕੀਤਾ ਗਿਆ ਹੈ। ਉਹ ਸ਼ਬਦ ਬੜਾ ਮਸ਼ਹੂਰ, ਆਮ ਅਸੀਂ ਗੁਰਪੁਰਬਾਂ ਤੇ ਵੀ ਕੀਰਤਨ ਵੀ ਕਰਦੇ ਹਾਂ ਤੇ ਹਰ ਜਗ੍ਹਾ ਉਹਦੇ ਪ੍ਰਮਾਣ ਵੀ ਦਿੰਦੇ ਹਾਂ। ਗੁਰੂ ਅਰਜਨ ਪਾਤਸ਼ਾਹ ਦਾ ਉਹ ਸ਼ਬਦ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। 5 ਸ਼ਬਦਾਂ ਦਾ ਇਹਦੇ ਵਿੱਚ ਜ਼ਿਕਰ ਕੀਤਾ ਹੈ ਗੁਰੂ ਅਰਜਨ ਪਾਤਸ਼ਾਹ ਨੇ। ਬੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੋਲਾਰਾ ਭਇਓ ਗੁਣੀ ਗਹੀਰਾ। ਫਿਰ ਰਵਿਦਾਸ ਢਵੰਦਾ ਢੋਰ ਨੀਤ, ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਨਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹਨਾਂ 5 ਭਗਤਾਂ ਦਾ ਜ਼ਿਕਰ ਕਰਕੇ
ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੰਤ ਆਪਣਾ ਨਿਰਣਾ ਦੇ ਦਿੱਤਾ ਕਿ ਇਹ ਵਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਜਦੋਂ ਇਹਨਾਂ ਭਗਤ ਮਹਾਂਪੁਰਸ਼ਾਂ ਦੀ ਜੀਵਨ ਜਾਚ, ਉਹਨਾਂ ਦੀ ਬਾਣੀ, ਉਹਨਾਂ ਦੀ ਵਿਚਾਰਧਾਰਾ ਭਗਤ ਧੰਨਾ ਜੀ ਨੇ ਪੜ੍ਹੀ ਤੇ ਸੁਣੀ, ਤੇ ਉਹਨਾਂ ਦੇ ਮਨ ਵਿੱਚ ਵੀ ਇਹ ਚਾਉ ਪੈਦਾ ਹੋਇਆ, ਤੇ ਇਸੇ ਵਿਧੀ ਦੇ ਮੁਤਾਬਕ, ਉਹ ਪ੍ਰੇਮਾ ਭਗਤੀ ਦੇ ਮੁਤਾਬਕ ਭਗਤ ਧੰਨਾ ਜੀ ਨੂੰ ਵੀ ਜੋ ਹੈ ਉਹ ਭਗਤੀ ਦਾ ਰੰਗ ਲੱਗ ਗਿਆ। ਇਹ ਵੀ ਤਾਂ ਸੁਣ ਕੇ ਜਾਟਰੋ ਉਠ ਭਗਤੀ ਲਾਗਾ। ਫਿਰ ਕੀ ਹੋਇਆ? ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਹ ਪ੍ਰਗਟ ਰੂਪ ਦੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨ, ਉਹਨਾਂ ਨੇ ਸਾਧ ਸੰਗਤ ਵਿੱਚ ਜਾ ਕੇ ਗੁਰੂ ਦੱਸੀ ਜੀਵਨ ਜੁਗਤ ਦੇ ਅਨੁਸਾਰ ਆਪਣਾ ਜੀਵਨ ਬਣਾ ਕੇ ਪ੍ਰਤੱਖ ਪਾਰਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੇ ਦਰਸ਼ਨ ਕਰ ਲਏ। ਸੋ ਇਸ ਸਾਖੀ ਦਾ ਜਿਹੜਾ ਖੰਡਨ ਹੈ ਉਹ ਇਸੇ ਹੀ ਸ਼ਬਦ ਦੇ ਦੁਆਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਕਰ ਦਿੱਤਾ ਸੀ। ਜੇ ਭਗਤ ਧੰਨਾ ਜੀ ਕਿਤੇ ਪੱਥਰ ਪੂਜਕ ਹੁੰਦੇ, ਪੱਥਰਾਂ ਦੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਹੁੰਦੇ, ਤਾਂ ਉਹਨਾਂ ਦੀ ਬਾਣੀ, ਗੁਰਬਾਣੀ ਦੀ ਕਸਵੱਟੀ ਤੇ ਪੂਰੀ ਨਹੀਂ ਸੀ ਹੋਣੀ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ 15 ਭਗਤਾਂ ਦੀ ਬਾਣੀ ਆਪਣੀ ਪਹਿਲੀ ਉਦਾਸੀ ਦੇ ਵਿੱਚ ਇਕੱਤਰ ਕੀਤੀ, ਤੇ ਉਸ ਵਕਤ ਗੁਰੂ ਪਾਤਸ਼ਾਹ ਨੇ ਹਰੇਕ ਮਹਾਂਪੁਰਸ਼ ਦੀ ਬਾਣੀ ਨੂੰ ਗੁਰਮਤਿ ਦੀ ਕਸਵੱਟੀ, ਜੋ ਕਿ ਉਹਨਾਂ ਨੇ ਆਪ ਹੀ ਆਪਣੀ ਪਾਵਨ ਬਾਣੀ ਵਿੱਚ ਬਿਆਨ ਕੀਤੀ ਹੈ, ਤੇ ਦੂਜੇ ਨੰਬਰ ਤੇ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਇਹ ਸਾਰੇ ਮਹਾਂਪੁਰਸ਼ਾਂ ਦੀ ਇੱਕੋ ਬਾਣੀ ਹੈ, ਇੱਕੋ ਹੀ ਸ਼ਬਦ ਗੁਰੂ ਦੀ ਕਸਵੱਟੀ ਤੇ ਪੂਰੀ ਉਤਰਦੀ, ਤੇ ਸਾਰਿਆਂ ਦੀ ਵਿਚਾਰਧਾਰਾ ਇੱਕ ਹੋਣ ਕਰਕੇ ਹੀ ਉਹ 35 ਦੇ 35 ਮਹਾਂਪੁਰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦਰਜ ਹੋ ਸਕੇ। ਵੈਸੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਭਗਤ ਧੰਨਾ ਜੀ ਦੀ ਬਾਣੀ ਆਪ, ਉਹਨਾਂ ਦੇ 3 ਸ਼ਬਦ ਪਿੰਡ ਦਿਓਲੀ ਛਾਉਣੀ ਜੈਪੁਰ ਦੇ 20 ਕਿਲੋਮੀਟਰ ਦੂਰ ਪਿੰਡ ਹੈ, ਜਿੱਥੋਂ ਜਾ ਕੇ ਆਪ ਪ੍ਰਾਪਤ ਕੀਤੇ ਸੀ। ਤੇ ਗੁਰੂ ਨਾਨਕ ਪਾਤਸ਼ਾਹ ਦੇ ਜਦੋਂ ਪਾਵਨ ਵਿਚਾਰ ਪੱਥਰ ਪੂਜਾ ਬਾਰੇ ਜਾਂ ਮੂਰਤੀ ਪੂਜਾ ਬਾਰੇ ਪੜ੍ਹੀਏ, ਤਾਂ ਇਹ ਪਤਾ ਲੱਗ ਜਾਂਦਾ ਭਲੀ ਪ੍ਰਕਾਰ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਪੱਥਰ ਪੂਜਾ ਦੀ ਘੋਰ ਖੰਡਨ ਕੀਤਾ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਹੈ, ਕਰ ਨਾਰਾਇਣ ਸਭਾ ਨਾਲ ਪੂਜ ਕਰੇ ਰੱਖੇ ਨਾਵਾਲ, ਕੁੰਗੂ ਚੰਨਨ ਫੁੱਲ ਚੜਾਏ, ਪੈਰੀ ਪੈ ਪੈ ਬਹੁਤ ਮਨਾਏ, ਮਨੁਆ ਮੰਗ ਮੰਗ ਪਹਿਨੇ ਖਾਏ, ਅੰਧੀ ਕੰਮੀ ਅੰਧ ਸਜਾਏ, ਭੁੱਖਿਆਂ ਦੇ ਨਾ ਮਰਦਿਆਂ ਰੱਖੈ, ਅੰਧਾ ਝਗੜਾ ਅੰਧੀ ਸੱਤੈ। ਗੁਰੂ ਨਾਨਕ ਪਾਤਸ਼ਾਹ ਨੇ ਮੂਰਤੀ ਪੂਜਾ ਅਤੇ ਪੱਥਰ ਦੀ ਪੂਜਾ ਦਾ ਭਰਪੂਰ ਖੰਡਨ ਇਸ ਸ਼ਬਦ ਦੇ ਵਿੱਚ ਕੀਤਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਆਪਣੀ ਪਾਵਨ ਬਾਣੀ, ਜਿਨ੍ਹਾਂ ਨੇ ਭਗਤ ਧੰਨਾ ਜੀ ਦੀ ਸਾਰੇ ਮਹਾਂਪੁਰਸ਼ਾਂ ਦੀ ਬਾਣੀ ਇੱਕ ਜਗ੍ਹਾ ਇਕੱਤਰ ਕੀਤੀ, ਗੁਰੂ ਪਾਤਸ਼ਾਹ ਵੀ ਪੱਥਰ ਪੂਜਾ ਦਾ ਵਿਰੋਧ ਕਰਦੇ ਹੋਏ ਲਿਖਦੇ ਹਨ, ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਗਲ ਮੈਂ ਪਾਹਨ ਲੈ ਲਟਕਾਵੇ, ਪਰ ਮੈਂ ਭੂਲਾ ਸਾਖਤ ਫਿਰਤਾ, ਨੀਰ ਵਿਰੋਲੇ ਖਪ ਖਪ ਮਰਤਾ, ਰਹਾਓ जिस पान को ठाकुर कहता, वो पाहन ले उसको डुबता, गुनाहगार लूण हरामी, पाहन नाव ना पारग्रामी। ये पत्थर की बेड़ी ते चढ़ के दरिया ਦਾ ਪਾਰ ਨਹੀਂ ਕੀਤਾ ਜਾ ਸਕਦਾ, ਇਸੇ ਤਰ੍ਹਾਂ ਸੰਸਾਰ ਸਾਗਰ ਤੋਂ ਪਾਰ ਕਰਨ ਲਈ, ਸੰਸਾਰ ਸਾਗਰ ਨੂੰ ਪਾਰ ਕਰਨ ਲਈ ਵਹਿਮਾਂ ਭਰਮਾਂ ਪਖੰਡਾਂ ਮੂਰਤੀ ਪੂਜਾ ਕਰਮ ਕਾਂਡਾਂ ਦਾ ਸਹਾਰਾ ਲੈਣਾ ਜਿਹੜਾ ਹੈ ਉਹ ਉਵੇਂ ਹੀ ਹੈ ਜਿਵੇਂ ਪੱਥਰ ਦੀ ਬੇੜੀ ਬਣਾ ਕੇ ਕੋਈ ਸੰਸਾਰ ਦਰਿਆ ਤੋਂ ਪਾਰ ਹੋਣਾ ਚਾਹੇ। ਇਸ ਲਈ ਗੁਰਬਾਣੀ ਦੇ ਵਿੱਚ ਠੋਕ ਵਜਾ ਕੇ ਬੜੀ ਸਖਤੀ ਦੇ ਨਾਲ ਮੂਰਤੀ ਪੂਜਾ ਜਾਂ ਪੱਥਰ ਪੂਜਾ ਦਾ ਵਿਰੋਧ ਕੀਤਾ ਗਿਆ। ਜਿਵੇਂ ਗੁਰੂ ਪਾਤਸ਼ਾਹ ਦੇ ਪਾਵਨ ਬਚਨ ਹਨ ਬਾਬਾ ਕਬੀਰ ਜੀ ਦੇ ਇੱਕ ਸ਼ਬਦ ਦੇ ਨਾਲ ਹੀ ਕਿ ਇਹ ਬਾਬਾ ਨਾਮਦੇਵ ਜੀ ਦਾ ਪ੍ਰਮਾਣ, ਇੱਕੇ ਪਾਥਰ ਕੀਜੇ ਭਾਓ, ਦੂਜੇ ਪਾਥਰ ਧਰੀਏ ਪਾਓ, ਜੇ ਉਹ ਦਿਓ ਤਾਂ ਉਹ ਵੀ ਦੇਵਾ, ਕਹਿਤ ਨਾਮ ਦਿਓ ਹਮ ਹਰ ਕੀ ਸੇਵਾ। ਦਸ਼ਮੇਸ਼ ਪਿਤਾ ਜੀ ਜਿਨ੍ਹਾਂ ਨੇ ਗੁਰਗੱਦੀ ਦਿੱਤੀ ਭਗਤ ਧੰਨਾ ਜੀ ਦੀ ਬਾਣੀ ਨੂੰ, ਬਾਕੀ ਮਹਾਂਪੁਰਸ਼ਾਂ ਦੀ ਬਾਣੀ ਨੂੰ, ਉਹਨਾਂ ਨੇ ਵੀ ਸਫਰਨਾਮੇ ਦੇ ਵਿੱਚ ਇਹ ਗੱਲ ਲਿਖੀ ਹੈ, ਔਰੰਗਜ਼ੇਬ ਮੇਰਾ ਇਹਨਾਂ ਲੋਕਾਂ ਦੇ ਨਾਲ ਕੋਈ ਵਿਰੋਧ ਨਹੀਂ ਸੀ, ਕਿਉਂਕਿ ਇਹ ਪੱਥਰ ਪੂਜਕ ਹਨ ਤੇ ਮੈਂ ਪੱਥਰ ਪੂਜਾ ਦਾ ਖੰਡਨ ਕਰਨ ਵਾਲਾ ਹਾਂ। ਗੁਰੂ ਪਾਤਸ਼ਾਹ ਦੇ ਪਾਵਨ ਬਚਨ, ਮਨੁ ਕੁਸ਼ਤਾਮ ਕੋਈਆਂ ਬੁੱਤ ਪ੍ਰਸਤ, ਕਿਆਮ ਬੁੱਤ ਪ੍ਰਸਤ ਨੇ ਮਨ ਬੁੱਤ ਸ਼ਿਕਨ, ਇਹ ਬੁੱਤਾਂ ਨੂੰ ਪੂਜਣ ਵਾਲੇ ਹਨ। ਸੋ ਅਸੀਂ ਇਸ ਨਿਰਣੇ ਤੇ ਪਹੁੰਚਦੇ ਹਾਂ ਕਿ ਗੁਰਬਾਣੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਵਿੱਚ ਪਰਮਾ ਖੰਡਨ ਕੀਤਾ ਗਿਆ ਪੱਥਰ ਪੂਜਾ ਦਾ। ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ, ਜੋ ਪਾਥਰ ਕੀ ਪਾਈ ਪਾਏ
तिसकी काल जाई जाए, ठाकुर हमरा सद बोल अंता, सर्व जियां को प्रभ दान देता। अंतर दियो न जाने अंध, भ्रम का मोया पावे फंद, ना पाथर बोले ना किस दे, फोकट कर्म निफल है से। सो गुरु पातशाह की पावन बाणी विच जे पत्थर पूजक होंदे भगत धन्ना जी ਤਾਂ ਕਦੇ ਵੀ ਉਹਨਾਂ ਦੀ ਬਾਣੀ ਦਰਜ ਹੀ ਨਹੀਂ ਹੋ ਸਕਦੀ ਸੀ। ਅਤੇ ਭਗਤ ਧੰਨਾ ਜੀ ਦੀ ਪੌੜੀ ਦਾ ਜਿਹੜਾ ਭੁਲੇਖਾ ਖਾ ਕੇ ਸਾਡੇ ਵੀਰ ਇਹ ਅਰਥ ਕਰ ਲੈਂਦੇ ਨੇ ਕਿ ਭਾਈ ਗੁਰਦਾਸ ਜੀ ਨੇ ਇਸ ਦੀ ਪ੍ਰੋੜਤਾ ਕੀਤੀ ਹੈ। ਇਹਦੇ ਬਾਰੇ ਪੰਥ ਨੂੰ ਵਿਸ਼ਾਲ ਪੱਧਰ ਤੇ ਪੜਚੋਲਣ ਦੀ ਲੋੜ ਹੈ। ਪਰ ਜੇ ਭਾਈ ਗੁਰਦਾਸ ਜੀ ਦੀ ਇੱਕ ਹੋਰ ਪੌੜੀ ਦਾ ਨਿਰਣਾ ਕਰੀਏ ਜਿਹੜੀ ਕਿ 35ਵੀਂ ਵਾਰ ਦੀ 9ਵੀਂ ਪੌੜੀ ਵਿੱਚ ਦਿੱਤੀ ਗਈ ਹੈ, ਤਾਂ ਉੱਥੇ ਪਤਾ ਲੱਗਦਾ ਭਗਤ ਜੀ ਨੇ ਗੱਲ ਤਾਂ ਆਖੀ ਪਰ ਉਹ ਸੰਕੇਤਕ ਸ਼ਬਦਾਵਲੀ ਵਿੱਚ। ਉਹ ਬੜੀ ਮਸ਼ਹੂਰ ਪੌੜੀ ਆਮ ਅਸੀਂ ਬੋਲਦੇ ਹਾਂ ਕੀਰਤਨ ਦੀ ਪਰਿਭਾਸ਼ਾ ਵਿੱਚ, ਜਿਸ 'ਚ ਬਾਬਾ ਜੀ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਮਦ ਵਿੱਚ ਰਿੱਧਾ ਪਾਏ ਕਿ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪਰੀ ਤਿਸ ਮੰਦੀ ਵਾਸ਼, ਰਤੂ ਭਰਿਆ ਕੱਪੜਾ ਕਰ ਕੱਜਣ ਤਾਸ, ਢੱਕ ਲੈ ਚੱਲੀ ਚੂੜੀ ਕਰ ਭੋਗ ਵਿਲਾਸ, ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ, ਨਦਰ ਪਵੇ ਅਕਿਰਤ ਕਣ ਮਤ ਹੋਏ ਵਿਨਾਸ਼। ਹੁਣ ਇਸ ਪੌੜੀ ਦੇ ਵਿੱਚ ਕੁੱਤੇ ਦਾ ਮਾਸ ਤੇ ਉਹ ਵੀ ਸ਼ਰਾਬ ਵਿੱਚ ਪਾ ਕੇ, ਫਿਰ ਧਰਨਾ ਵੀ ਬੰਦੇ ਦੀ ਖੋਪਰੀ ਦੇ ਵਿੱਚ, ਫਿਰ ਲਾਲ ਕੱਪੜਾ ਨਾਲ ਢੱਕਣਾ, ਅਤੇ ਚੂੜੀ ਸ਼ਬਦ ਜਿਹੜਾ ਜਾਤ ਪਾਤ ਨੂੰ ਸਿੱਖ ਧਰਮ ਵਿੱਚ ਮੰਨਿਆ ਨਹੀਂ ਗਿਆ। ਗੁਰਬਾਣੀ ਦੇ ਵਿੱਚ ਖਸਮ ਦੇ ਸਾਰੇ ਤੇ ਕਮਜਾਤ, ਨਾਨਕ ਨਾਵੇਂ ਬਾਜ ਸਨਾਤ। ਨੀਚ ਕਰਮਾਂ ਵਾਲਿਆਂ ਨੂੰ ਨੀਚ ਕਰਮ ਕਰਕੇ ਛੋਟੀ ਜਾਤ ਵਾਲੇ ਕਿਹਾ ਸੱਚੇ ਪਾਤਸ਼ਾਹ ਨੇ। ਇਸ ਲਈ ਇਹ ਸਾਰੀ ਸ਼ਬਦਾਵਲੀ ਸਾਨੂੰ ਗੁਰਬਾਣੀ ਤੋਂ ਲੈਣੀ ਪੈਣੀ। ਹੁਣ ਮਦਮੇ ਨੇ ਸ਼ਰਾਬ, ਮਦ ਕਿਹੜੀ ਹੈ? ਗੁਰਬਾਣੀ ਵਿੱਚ ਕੇਵਲ ਇਸ ਸ਼ਰਾਬ ਦੀ ਗੱਲ ਨਹੀਂ ਕੀਤੀ, ਬਲਕਿ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਕਾਮ ਕ੍ਰੋਧ ਪ੍ਰਭ ਤੱਕ ਹੈ ਮਦਮੇ ਐਨਸ ਰਹੇ ਦੀਵਾਨਾ। ਫਿਰ ਕੁੱਤੇ ਦਾ ਮਾਸ ਕੀ ਹੈ? ਕੁੱਤਾ ਜਿਹੜਾ ਲੋਭ ਦਾ ਸੂਚਕ ਹੈ। ਧਰਿਆ ਮਾਨਸ ਖੋਪਰੀ, ਮਨੁੱਖ ਦੀ ਖੋਪਰੀ ਵਿੱਚ ਦਿਮਾਗ ਹੁੰਦਾ ਹੈ। ਦਿਮਾਗ ਦੇ ਵਿੱਚ ਜਿਹੜੀਆਂ ਨੀਚ ਸੋਚਾਂ ਨੇ, ਲੋਭੀ ਸੁਭਾਅ ਜਾਂ ਲੋਭ ਦੀ ਸੋਚ, ਇਹ ਸਮਾਨੋ ਕੁੱਤੇ ਦਾ ਮਾਸ ਹੈ। ਕਿਉਂਕਿ ਲਵ ਕੁੱਤਾ, ਕੂੜ ਚੂੜਾ, ਠੱਖਾ ਦਾ ਮੁਰਦਾਰ, ਇਹ ਸਾਰੀ ਜਦੋਂ ਪੌੜੀ ਤੇ ਅਸੀਂ ਸੰਕੇਤ ਸ਼ਬਦਾਵਲੀ ਗੁਰਬਾਣੀ ਵਿੱਚੋਂ ਲੱਭਦੇ ਹਾਂ ਤਾਂ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਬੰਦੇ ਨੂੰ ਰੱਬ ਨੇ ਸੰਪੂਰਨ ਕਰਕੇ ਸੰਸਾਰ 'ਚ ਭੇਜਿਆ, ਉਹਨੂੰ ਦਿਮਾਗ ਦਿੱਤਾ, ਸੋਚ ਸ਼ਕਤੀ ਦਿੱਤੀ, ਔਰ ਉਹਨੂੰ ਇੱਕ ਸੰਪੂਰਨ ਮਨੁੱਖ ਵਾਲੀ ਜੀਵਨ ਜੁਗਤ, ਜਿਸ ਜੀਵਨ ਜੁਗਤ ਨੇ ਪ੍ਰੀਤਮ ਕੇ ਦੇਸ਼ ਪਹੁੰਚਾਉਣਾ ਸੀ, ਉਹ ਸਤ ਸੰਤੋਖ ਦਇਆ ਧਰਮ ਦੇ ਗੁਣਾਂ ਦਾ ਧਾਰਨੀ ਬਣਾਇਆ ਸੀ। ਪਰ ਬੰਦਾ ਹੰਕਾਰ ਵਿੱਚ ਆ ਕੇ ਮਦਮੇ ਨੇ ਨਸ਼ਾ ਜਿਹੜਾ ਹੈ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਦੁਨਿਆਵੀ ਨਸ਼ੇ ਅਤੇ ਆਪਣੀ ਪ੍ਰਭਤਾ ਦਾ ਨਸ਼ਾ, ਇਹਨਾਂ ਨਸ਼ਿਆਂ ਵਿੱਚ ਪੈ ਕੇ ਦਿਮਾਗ ਨੂੰ ਖਰਾਬ ਕਰ ਲੈਂਦਾ ਹੈ ਤੇ ਆਪਣੀ ਮਨੁੱਖਾ ਖੋਪਰੀ ਦੇ ਵਿੱਚ, ਭਾਵ ਦਿਮਾਗ ਦੇ ਵਿੱਚ, ਕੁੱਤੇ ਦਾ ਮਾਸ ਲੋਭੀ ਸੁਭਾਅ ਨੂੰ ਧਾਰਨ ਕਰਕੇ ਉਹ ਕੁਰਾਹੇ ਪੈ ਜਾਂਦਾ ਹੈ। ਰਤੂ ਭਰਿਆ ਕੱਪੜਾ ਜਿਹੜਾ ਹੈ ਉਹ ਚਮੜੀ ਦੇ ਨਾਲ ਸਰੀਰ ਸਾਰਿਆਂ ਦਾ ਇੱਕੋ ਜਿਹਾ ਬਣਾਇਆ, ਇਸ਼ਾਰਾ ਜਿਹੜਾ ਹੈ ਖੂਨ ਨਾਲ ਭਰਿਆ ਹੋਇਆ ਕੱਪੜਾ, ਭਾਵ ਸਾਰਿਆਂ ਦੀ ਚਮੜੀ ਇੱਕੋ ਜਿਹੀ ਹੈ, ਉਹਦੇ ਨਾਲ ਢੱਕਿਆ ਹੋਇਆ। ਤੇ ਮਾੜੀ ਬਿਰਤੀ ਜਿਹੜੀ ਹੈ, ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਹਰਿਦੁਆਰ ਦੇ ਵਿੱਚ ਉਸ ਪੰਡਿਤ ਨੂੰ, ਵੈਸ਼ਨੋ ਸਾਧ ਨੂੰ ਸਮਝਾਇਆ ਸੀ ਕਿ ਤੇਰੇ ਅੰਦਰ ਇਹ ਚਾਰੇ ਔਗਣ ਬੈਠੇ ਹੋਏ ਨੇ ਤੇ ਬਾਕੀਆਂ ਤੋਂ ਕਾਰਾਂ ਕੱਢਣ ਦਾ ਤੈਨੂੰ ਫਾਇਦਾ ਕੀ ਹੈ। ਇਸ ਲਈ ਇਹ ਇਸ਼ਾਰਾ ਉਧਰ ਨੂੰ ਕਰਦਾ ਹੈ। ਤੇ ਆਪ ਸੁਣਾਏ ਪੁੱਛਿਆ ਮਤ, ਇਹ ਕੁਛ ਤੁਕ ਮਿੱਟੀ ਵੀ ਮੇਰੇ ਕੋਲ, ਨਜ਼ਰ ਪਵੇ ਅਕਿਰਤ ਕਣ। ਜਦੋਂ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਭੁਲਾ ਕੇ ਬੰਦਾ ਅਕਿਰਤ ਕਣ ਬਣ ਜਾਂਦਾ ਹੈ ਤੇ ਉਹਦਾ ਜਿਹੜਾ ਹੈ ਅਕਿਰਤ ਕਣ ਹੋਣ ਕਰਕੇ ਹੀ ਉਹਦਾ ਕੋਈ ਵਿਸ਼ਵਾਸ ਨਹੀਂ ਕਰਦਾ। ਸੋ ਇਹ ਸੰਕੇਤਕ ਸ਼ਬਦਾਵਲੀ, ਕਿਉਂਕਿ ਇੱਕ ਵਾਰੀ ਮੈਂ ਭਾਈ ਕਾਨ ਸਿੰਘ ਜੀ ਦਾ ਨਾਭਾ ਜੀ ਦਾ ਪੜ੍ਹਦਾ ਸੀ, ਉਹਨਾਂ ਦੇ ਇਹ ਅਰਥ ਪੜ੍ਹਨ ਵਾਸਤੇ ਮੈਂ ਸਾਰੇ ਸ਼ਬਦ ਲਏ ਤਾਂ ਗੁਸਾਈ ਦਾ ਅਰਥ ਉਹਨਾਂ ਨੇ ਕਿਹਾ ਸੀ ਵਿਦਵਾਨ ਪੰਡਤਾਂ ਦੀ ਸੰਗਤ ਵਿੱਚ ਪ੍ਰਾਪਤ ਕਰਕੇ ਗਿਆਨ, ਤੇ ਉਸ ਗਿਆਨ ਦੁਆਰਾ ਪ੍ਰਾਪਤ ਕੀਤਾ ਹੋਇਆ ਸ਼ਬਦ ਜਿਹੜਾ ਉਹ ਗੁਸਾਈ ਹੈ, ਭਾਈ ਕਾਨ ਸਿੰਘ ਜੀ ਨਾਭਾ ਨੇ। ਇਸ ਲਈ ਬਾਕੀ ਅਰਥ ਵੀ ਮੈਂ ਲੱਭੇ ਨੇ ਬਹੁਤ ਸਾਰੇ। ਜੇ ਉਸ ਪੌੜੀ ਦੇ ਉਸ ਢੰਗ ਨਾਲ ਅਰਥ ਕਰੀਏ ਤਾਂ ਅਸੀਂ ਨੇੜੇ ਤੇੜੇ ਪਹੁੰਚ ਜਾਂਦੇ ਹਾਂ। ਜੋ ਭਗਤ ਧੰਨਾ ਜੀ ਨੇ ਆਪ ਕਿਹਾ ਕਿ ਮੈਂ ਸੰਗਤਾਂ ਦੀ ਸੰਗਤ ਵਿੱਚੋਂ, ਭਲੇ ਪੁਰਸ਼ਾਂ ਦੀ ਸੰਗਤ ਵਿੱਚੋਂ ਰੱਬ ਦੀ ਪ੍ਰਾਪਤ ਕੀਤੀ। ਜੋ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਉਹ ਤਾਂ ਭਗਤਾਂ ਦੀ ਵਿਧੀ ਅਪਣਾ ਕੇ, ਭਗਤਾਂ ਦੀ ਦੱਸੀ ਹੋਈ ਜੀਵਨ ਜੁਗਤ, ਉਹਦੇ ਮੁਤਾਬਕ ਚੱਲ ਕੇ ਰੱਬ ਨੂੰ ਪ੍ਰਾਪਤ ਕੀਤਾ। ਪੱਥਰ ਪੂਜਾ ਦਾ ਉੱਥੇ ਬਿਲਕੁਲ ਖੰਡਨ ਕੀਤਾ ਗਿਆ ਹੈ। ਇਸ ਲਈ ਸਿੱਖ ਨੇ ਕਦੇ ਵੀ ਐਦਾਂ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਨਾ
ਕਿ ਸ਼ਾਇਦ ਭਗਤ ਧੰਨਾ ਜੀ ਐਨੀ ਮੋਟੀ ਬੁੱਧੀ ਦੇ ਸਨ, ਉਹ ਪੱਥਰ ਮਗਰੇ ਪੈ ਗਏ, ਪੱਥਰ ਦੀ ਪੂਜਾ ਕਰਕੇ ਫਿਰ ਕਹਾਣੀਆਂ ਘੜ ਦਿੱਤੀਆਂ, ਫਿਰ ਰੱਬ ਆ ਕੇ ਉਹਦੀ ਗਾਦੀ ਤੇ ਬਹਿ ਜਾਂਦਾ ਸੀ, ਉਹਦੇ ਹਲ ਵੀ ਚਲਾਉਂਦਾ ਸੀ, ਉਹਦੇ ਹਲਟ ਵੀ ਚਲਾਉਂਦਾ ਸੀ। ਇਹ ਸਭ ਕੁਝ ਸਾਡੇ ਵਿਰੋਧੀਆਂ ਵੱਲੋਂ ਸਾਡੇ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਸਿੱਖ ਨੇ ਪੱਥਰ ਪੂਜਾ ਵਿੱਚ ਵਿਸ਼ਵਾਸ ਨਹੀਂ ਰੱਖਣਾ, ਮੂਰਤੀ ਪੂਜਾ ਵਿੱਚ ਵਿਸ਼ਵਾਸ ਨਹੀਂ ਰੱਖਣਾ। ਜੋ ਗੁਰੂ ਪਾਤਸ਼ਾਹ ਨੇ ਸਾਨੂੰ ਜੀਵਨ ਜੁਗਤ ਦੱਸੀ ਹੈ, ਉਹ ਪ੍ਰਮਾਤਮਾ ਦੇ ਨਾਮ ਵਿੱਚੋਂ ਹੀ ਗੁਰੂ ਦੱਸੀ ਜੀਵਨ ਜੁਗਤ ਅਨੁਸਾਰ ਚੱਲ ਕੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਪਹਿਲੀ ਗੱਲ ਠੀਕ ਹੈ, ਦਾਤੇ ਬਣ ਕੇ ਨਹੀਂ ਜਾਣਾ, ਉੱਥੇ ਮੰਗਤੇ ਬਣ ਕੇ ਹੀ ਜਾਣਾ ਹੈ। ਤੇ ਦੂਜੇ ਨੰਬਰ ਤੇ ਵਿਸ਼ਵਾਸ, ਅੰਧ ਵਿਸ਼ਵਾਸ ਨਹੀਂ ਰੱਖਣਾ, ਗੁਰੂ ਤੇ ਵਿਸ਼ਵਾਸ ਰੱਖ ਕੇ ਗੁਰੂ ਦੱਸੀ ਜੀਵਨ ਜੁਗਤ ਨੂੰ ਅਪਣਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੁੰਦਰ ਔਰ ਡਿਟੇਲ ਵਿੱਚ ਵੀਰ ਜੀ ਨੇ ਦੱਸਿਆ, ਖਾਸ ਕਰਕੇ ਜਿਹੜੀ ਉਹ ਭਾਈ ਗੁਰਦਾਸ ਜੀ ਦੀ 35ਵੀਂ ਵਾਰ ਦੀ 9ਵੀਂ ਪੌੜੀ ਦੀ ਗੱਲ ਕੀਤੀ ਹੈ, ਉਹ ਬਿਲਕੁਲ ਨਵਾਂ ਸਾਡੇ ਗਿਆਨ 'ਚ ਵਾਧਾ ਹੋਇਆ, ਘੱਟੋ ਘੱਟ ਮੇਰੇ ਤੋਂ। ਧੰਨਵਾਦ ਹੈ ਸਾਧ ਸੰਗਤ ਜੀ। ਗੱਲ ਇਹ ਹੈ ਕਿ ਸਾਡੇ ਕੁਝ ਪ੍ਰਚਾਰਕਾਂ 'ਚ ਰਿਵਾਜ ਹੈ ਕਿ ਉਹ ਸਾਖੀਆਂ ਦੀ ਟੇਕ ਜ਼ਿਆਦਾ ਲੈਂਦੇ ਨੇ। ਹਾਲਾਂਕਿ ਸਾਖੀ ਸੁਣਾਉਣੀ ਗਲਤ ਗੱਲ ਨਹੀਂ ਹੈ, ਪਰ ਜੇ ਆਪਾਂ ਇੱਕ ਸ਼ਬਦ ਦੀ ਵਿਚਾਰ ਕਰ ਰਹੇ ਹਾਂ ਤੇ ਉਹਦੇ ਤੇ ਭਾਰੂ ਨਹੀਂ ਹੋਣੀ ਚਾਹੀਦੀ ਕਿ ਸਾਖੀਆਂ ਸੁਣਾਈ ਜਾਈਏ। ਉਹ ਵਿੱਚ ਕਿਤੇ ਰੈਫਰੈਂਸ ਵੀ ਜ਼ਰੂਰੀ ਹੋ ਜਾਏ ਤਾਂ, ਅਦਰਵਾਈਜ਼ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਦਰਸ਼ਨ ਹੈ, ਫਿਲਾਸਫੀ ਹੈ, ਉਹਨੂੰ ਐਕਸਪਲੇਨ ਕਰਨਾ ਚਾਹੀਦਾ। ਪਰ ਰਿਵਾਜ ਬਹੁਤ ਪੈ ਗਿਆ ਸਾਖੀਆਂ ਸੁਣਾਉਣ ਦਾ। ਈਵਨ ਸਾਡੇ ਸਤਿਕਾਰਯੋਗ ਜਿਹੜੇ ਕੀਰਤਨੀ ਸਿੰਘ ਨੇ, ਉਹ ਕੀਰਤਨ ਵਿੱਚ ਵੀ ਕਾਫੀ ਸਮਾਂ ਕਈ ਵਾਰੀ ਐਕਸਪਲੇਨੇਸ਼ਨ 'ਚ ਲੈ ਜਾਂਦੇ, ਜਦ ਕਿ ਇੱਕ ਕਥਾਕਾਰ ਦੀ ਡਿਊਟੀ ਹੈ ਗੁਰਬਾਣੀ ਦੇ ਸ਼ਬਦ ਨੂੰ ਐਕਸਪਲੇਨ ਕਰਨਾ, ਤੇ ਕੀਰਤਨੀ ਸਿੰਘ ਉਹਨੂੰ ਕੀਰਤਨ ਕਰ। ਪਰ ਇਹ ਚੀਜ਼ ਜਿਹੜੀ ਹੈ ਕਾਫੀ ਇੱਕ ਦੂਜੇ 'ਚ ਰਲਗੱਡ ਹੋ ਗਈ ਹੈ। ਮਤਲਬ ਮੈਂ ਫਿਰ ਇਹ ਕਹਿ ਦਿਆਂ ਕਿ ਕੋਈ ਹਰਜ ਨਹੀਂ ਹੈ ਜੇ ਕੋਈ ਐਕਸਪਲੇਨੇਸ਼ਨ ਦੇਣ ਕਿ ਕੀਰਤਨੀ ਸਿੰਘ ਵੀ, ਪਰ ਇੰਨੀ ਜ਼ਿਆਦਾ ਨਹੀਂ, ਇੰਨੀਆਂ ਜ਼ਿਆਦਾ ਜਿਹੜੀਆਂ ਸਾਖੀਆਂ ਨੇ ਉਹ ਸੁਣਾਈਆਂ ਜਾਂਦੀਆਂ ਨੇ, ਤੇ ਉਹਦੇ ਬਾਰੇ ਕੁਝ ਦੇਖਣਾ ਚਾਹੀਦਾ। ਕੁਝ ਚੀਜ਼ਾਂ ਐਸੀਆਂ ਪ੍ਰਚਲਿਤ ਹੋ ਜਾਂਦੀਆਂ ਨੇ, ਜਿਵੇਂ ਭਗਤ ਧੰਨਾ ਜੀ ਦੀ ਗੱਲ ਕੀਤੀ ਹੈ। ਇਸੇ ਕਰਕੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਵੀ ਕੀਤੀ ਸੀ ਵੀ ਇਹਦੇ ਬਾਰੇ ਜ਼ਰੂਰ ਦੱਸੋ, ਕਿਉਂਕਿ ਇੰਨੀ ਜ਼ਿਆਦਾ ਪ੍ਰਚਲਿਤ ਹੈ ਵੀ ਸਾਡੇ ਬਹੁਤ ਗਿਣਤੀ ਸਾਡੇ ਜਿਹੜੇ ਸਿੱਖ ਪ੍ਰਚਾਰਕ ਨੇ, ਉਹ ਇਹਨੂੰ ਬਕਾਇਦਾ ਇਸੇ ਨੂੰ ਪ੍ਰਚਾਰਦੇ ਨੇ ਕਿ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਲਿਆ, ਜਦ ਕਿ ਗੁਰਬਾਣੀ ਕੀ ਕਹਿੰਦੀ ਹੈ, ਟੇਕ ਸਾਨੂੰ ਗੁਰਬਾਣੀ ਤੇ ਚਾਹੀਦੀ ਹੈ, ਨਾ ਕਿ ਸੁਣੀ ਸੁਣਾਈ ਗੱਲ ਤੇ। ਧੰਨਵਾਦ ਜੀ। ਤੋਂ ਆਓ ਆਪਾਂ ਅਗਲੇ ਸ਼ਬਦ ਵੱਲ ਚੱਲਦੇ ਹਾਂ। ਸਰ ਨਰਿੰਦਰ ਸਿੰਘ ਜੀ ਅੰਬਾਲਾ ਤੋਂ ਪੁੱਛਦੇ ਨੇ ਬਈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੇ ਅਰੋਗਾ। ਇਹ ਮਨ ਤੇ ਤਨ ਅਰੋਗ ਦੀ ਗੱਲ ਜਿਹੜੀ ਹੈ ਇਹ ਕੀ ਹੈ? ਤੋਂ ਮੈਂ ਬੇਨਤੀ ਕਰ ਰਿਹਾ ਸਰ MP ਸਿੰਘ ਜੀ ਦਿੱਲੀ ਵਾਲਿਆਂ ਨੂੰ ਵੀ ਕਿਰਪਾ ਕਰਕੇ ਉਹ ਇਹਦੇ ਬਾਰੇ ਚਾਨਣਾ ਪਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਹ ਪੰਕਤੀ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ। ਉਹ ਮੇਰੇ ਹਿਸਾਬ ਨਾਲ ਜੇ ਇਸ ਦਾ ਸਹੀ ਵਿਸ਼ਰਾਮ ਦੇ ਕੇ ਪਾਠ ਕੀਤਾ ਜਾਵੇ ਤਾਂ ਕਾਫੀ ਹੱਦ ਤੱਕ ਅਰਥ ਜਿਹੜੇ ਹਨ ਆਪ ਹੀ ਸਪਸ਼ਟ ਹੋ ਜਾਂਦੇ ਹਨ ਕਿ ਇਸ਼ਨਾਨ ਕਰਕੇ ਫਿਰ ਪ੍ਰਭੂ ਦਾ ਸਿਮਰਨ, ਆਪਣੇ ਪ੍ਰਭੂ ਦਾ ਸਿਮਰਨ ਕਰਨਾ। ਇਸ ਕੰਮ ਕਰਨ ਦੇ ਨਾਲ ਦੋਨੋਂ ਜਿਹੜੇ ਕੰਮ ਕਰ ਲਏ, ਇਸ਼ਨਾਨ ਕਰ ਲਿਆ ਅਤੇ ਪ੍ਰਭੂ ਦਾ ਸਿਮਰਨ ਕਰ ਲਿਆ, ਇਹਦੇ ਨਾਲ ਮਨ ਵੀ ਅਤੇ ਤਨ ਵੀ ਇਹ ਦੋਨੋਂ ਅਰੋਗ ਹੋ ਜਾਂਦੇ ਹਨ। ਤੋ ਗੱਲ ਇੱਥੋਂ ਸਪਸ਼ਟ ਹੋ ਜਾਂਦੀ ਹੈ ਵੀ ਜਿਹੜਾ ਸਰੀਰਕ ਇਸ਼ਨਾਨ ਹੈ ਜੋ ਪਾਣੀ ਨਾਲ ਕੀਤਾ ਜਾਂਦਾ ਹੈ, ਉਹਦੇ ਨਾਲ ਤਨ ਦੀ ਅਰੋਗਤਾ ਹੁੰਦੀ ਹੈ, ਤਨ ਸੁਚੇਤ ਰਹਿੰਦਾ ਹੈ, ਆਲਸ ਨਿਕਲਦਾ ਹੈ। ਤੇ ਜੋ ਪ੍ਰਭੂ ਨੂੰ ਸਿਮਰਨ ਦੀ ਕਿਰਿਆ ਹੈ, ਪ੍ਰਭੂ ਦੀ ਯਾਦ ਨੂੰ ਮਨ ਵਿੱਚ ਵਸਾਉਣ ਦੀ, ਪ੍ਰਭੂ ਦੇ ਨਾਲ ਸੁਰਤ ਜੋੜਨ ਦੀ ਕਿਰਿਆ ਹੈ, ਉਹਦੇ ਨਾਲ ਮਨ ਦੇ ਵਿੱਚੋਂ ਮੈਲ ਨਿਕਲਦੀ ਹੈ, ਮਨ ਦੇ ਵਿਕਾਰ ਘਟਦੇ ਹਨ, ਮਨ ਦੇ ਵਿੱਚੋਂ ਔਗਣ ਨਿਕਲਦੇ ਹਨ, ਸ਼ੁਭ ਗੁਣਾਂ ਦਾ ਪ੍ਰਵੇਸ਼ ਹੁੰਦਾ ਹੈ। ਤੋ ਜੋ ਮਨ ਦਾ ਰੋਗ ਕੀ ਹੈ? ਮਨ ਦਾ ਰੋਗ ਹੀ ਹੈ ਵਿਕਾਰਾਂ ਵਾਲੇ ਵਿਚਾਰ। ਤੋ ਜਦੋਂ ਪ੍ਰਭੂ ਦੀ ਯਾਦ ਨੂੰ ਹਿਰਦੇ 'ਚ ਵਸਾਉਣ ਦੇ ਨਾਲ ਮਨ ਦੇ ਵਿੱਚੋਂ ਮਾੜੇ ਵਿਚਾਰ ਨਿਕਲ ਜਾਣ, ਵਿਕਾਰਾਂ ਦਾ ਪ੍ਰਭਾਵ ਘਟ ਜਾਵੇ, ਤਾਂ ਮਨ ਦਾ ਰੋਗ ਕੱਟਿਆ ਗਿਆ। ਤੋ ਇਸ਼ਨਾਨ ਕਰਕੇ ਤਨ ਅਰੋਗ ਹੋ ਗਿਆ ਤੇ ਪ੍ਰਭੂ ਨੂੰ ਸਿਮਰ ਕੇ ਮਨ ਅਰੋਗ ਹੋ ਗਿਆ, ਇਹ ਦੋਨੋਂ ਹੀ ਹੋ ਗਏ। ਇਹ ਗੱਲ ਸਪਸ਼ਟ ਸਮਝ ਲੈਣੀ ਚਾਹੀਦੀ ਹੈ ਕਿ ਤਨ ਦਾ ਇਸ਼ਨਾਨ ਤਨ ਨੂੰ ਅਰੋਗ ਕਰਨ ਵਾਸਤੇ ਹੈ, ਤੇ ਮਨ ਦਾ ਇਸ਼ਨਾਨ ਜਿਹੜਾ ਹੈ ਉਹ ਪਾਣੀ ਨਾਲ ਨਹੀਂ ਹੁੰਦਾ, ਮਨ ਦਾ ਇਸ਼ਨਾਨ ਪ੍ਰਭੂ ਦੇ ਸਿਮਰਨ ਨਾਲ ਹੀ ਹੁੰਦਾ ਹੈ। ਮੇਰੇ ਹਿਸਾਬ ਨਾਲ ਇੰਨੀ ਕੁ ਗੱਲ ਨਾਲ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ। ਜੇ ਫਿਰ ਵੀ ਕੋਈ ਸ਼ੰਕਾ ਹੋਵੇ ਤੇ ਦੁਬਾਰਾ ਵੀ ਪੁੱਛਿਆ ਜਾ ਸਕਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਜੀ। ਅਸਲ 'ਚ ਅਸੀਂ ਬਾਹਰਮੁਖੀ ਜ਼ਿਆਦਾ ਤੇ ਅੰਤਰਮੁਖੀ ਘੱਟ ਹਾਂ।
ਲੋੜ ਹੈ ਅੰਤਰਮੁਖੀ ਹੋਣ ਦੀ। ਜਿਵੇਂ ਗੱਲ MP ਸਿੰਘ ਜੀ ਦੱਸ ਰਹੇ ਸਨ ਕਿ ਅੰਦਰ ਦਾ ਇਸ਼ਨਾਨ ਜਿਹੜਾ ਬਾਣੀ ਨਾਲ ਹੋਣਾ, ਬਾਣੀ ਦੇ ਉਪਦੇਸ਼ ਸਮਝ ਕੇ ਜਿਸ ਵੇਲੇ ਅਸੀਂ ਆਪਣਾ ਜੀਵਨ ਜਾਂਚ ਜਿਹੜੀ ਹੈ ਉਹਨੂੰ ਸਹੀ ਪਟੜੀ ਤੇ ਲਿਆਵਾਂਗੇ ਤੇ ਤਾਂ ਮਨ ਸਾਫ਼ ਹੋਏਗਾ। ਤਨ ਸਾਫ਼ ਕਰਨਾ ਤੇ ਬੜਾ ਸੌਖਾ, ਮਨ ਸਾਫ਼ ਕਰਨ ਲਈ ਉਦਮ ਦੀ ਲੋੜ ਹੈ। ਤੋ ਇਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਦੱਸਤਾ ਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੇ ਰੋਗਾ। ਜਿਹੜਾ ਸਿਮਰ ਪ੍ਰਭ ਆਪਣਾ ਹੈ ਉਹ ਸਾਡੇ ਮਨ ਤੇ ਤਨ ਦੋਨਾਂ ਨੂੰ ਅਰੋਗ ਕਰ ਦਿੰਦਾ। ਸੋ ਜਿਹੜਾ ਇਸ਼ਨਾਨ ਹੈ ਉਹ ਤੇ ਕੇਵਲ ਬਾਹਰ ਹੀ ਸਾਡੀ ਜਿਹੜੀ ਚਮੜੀ ਹੈ ਉਹਨੂੰ ਕੇਵਲ ਸਾਫ਼ ਕਰਦਾ। ਬਹੁਤ ਬਹੁਤ ਧੰਨਵਾਦ ਹੈ ਜੀ। ਆਓ ਜੀ ਆਪਾਂ ਅਗਲੇ ਸ਼ਬਦ ਵੱਲ ਚੱਲਦੇ ਹਾਂ। ਇਹ ਸ਼ਬਦ ਜਿਹੜਾ ਅਗਲਾ ਹੈ, ਇਹ ਸਵਾਲ ਖਿਮਾ ਕਰਨਾ, ਇਹ ਜਿਹੜਾ ਸਵਾਲ ਹੈਗਾ ਇਹ ਗਿਆਨੀ ਪਰਮਪਾਲ ਸਿੰਘ ਜੀ ਕੈਲੀਫੋਰਨੀਆ ਵਾਲੇ, ਉਹਨਾਂ ਨੇ ਭੇਜਿਆ। ਤੇ ਫਾਸਨ ਕੀ ਬਿਦ ਸਭ ਕੋ ਜਾਣੈ, ਛੂਟਨ ਕੀ ਇੱਕ ਕੋਈ, ਦੂਸਰੀ ਤੋਂ ਕੋਨੇ ਤੀਜ ਜੋ ਜਾਣੈ ਹੋ ਭਗਤ ਗਿਆਨੀ, ਆ ਗਿਆ ਠਾਕਰ ਤਿਲ ਨਹੀਂ ਮੰਨੀ। ਉਹ ਕਹਿੰਦੇ ਨੇ ਇੱਥੇ ਇੱਕ ਤੇ ਕੋਈ ਤੋਂ ਕੀ ਭਾਵ ਹੈ ਤੇ ਗਿਆਨੀ ਕੌਣ। ਤੋ ਇਹ ਜਿਹੜੀ ਗੁੰਝਲਦਾਰ ਸ਼ਬਦ ਹੈ ਜੀ, ਇਹ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਉਹਨਾਂ ਨੂੰ ਬੇਨਤੀ ਕਰਾਂਗਾ ਵੀ ਕਿਰਪਾ ਕਰਕੇ ਇਹਨੂੰ ਸੰਖੇਪ ਸਮੇਂ ਵਿੱਚ ਦੱਸਣ ਦੀ ਕਿਰਪਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਸਾਰੇ ਹੀ ਗੁਰਮੁਖ ਪਿਆਰਿਆਂ ਦਾ। ਪਹਿਲੀ ਜਿਹੜੀ ਤੁਕ, ਫਾਸਨ ਕੀ ਵਿਧ ਸਭ ਕੋ ਜਾਣੈ, ਛੂਟਨ ਕੀ ਇੱਕ ਕੋਈ। ਇਹਦੀ ਅਗਲੀ ਪੰਕਤੀ ਹੈ, ਕਹੇ ਕਬੀਰ ਰਾਮ ਹਿਰਦੈ ਵਿਚਾਰੈ, ਸੂਤਕ ਤਿਨੈ ਨਾ ਹੋਈ। ਇਹ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਜਿਹੜਾ ਸੂਤਕ ਪ੍ਰਥਾਏ ਉਚਾਰਨ ਕੀਤਾ ਗਿਆ ਹੈ। ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਉਪਤ ਹੋਈ, ਜਨਮੇ ਸੂਤਕ ਮੂਏ ਫੁਨ ਸੂਤਕ, ਸੂਤਕ ਅਰਜ ਵਿਗੋਈ। ਇਹ ਸ਼ਬਦ ਇੱਥੋਂ ਆਰੰਭ ਹੁੰਦਾ ਹੈ, ਜਨਮੇ ਸੂਤਕ। ਔਰ ਸਾਹਮਣੇ ਆ ਗਿਆ ਸ਼ਬਦ, ਇੱਕ ਵਾਰ ਮੈਂ ਸਾਰੇ ਸ਼ਬਦ ਸੁਣਾ ਦਿੰਦਾ। ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਉਪਤ ਹੋਈ, ਜਨਮੇ ਸੂਤਕ ਮੂਏ ਫੁਨ ਸੂਤਕ, ਸੂਤਕ ਪਰਜ ਬਿਗੋਈ। ਔਰੇ ਪੰਡਿਆ ਕੌਣ ਪਵੀਤਾ, ਐਸਾ ਗਿਆਨ ਜਪੋ ਮੇਰੇ ਮੀਤਾ। ਰਹਾਉ ਦੀ ਪੰਕਤੀ ਹੈ। ਫਿਰ ਨੈਣੋ ਸੂਤਕ ਬੈਨੋ ਸੂਤਕ, ਸੂਤਕ ਸ਼ਰਵਣੀ ਹੋਈ। ਸ਼ਰਵਣੀ, ਇਹਦੇ ਉਚਾਰਨ ਦਾ ਧਿਆਨ ਰੱਖਣਾ। ਉਠਤ ਬੈਠਤ ਸੂਤਕ ਲੱਗੈ, ਸੂਤਕ ਪਰੈ ਰਸੋਈ। ਅਗਲੀ ਤੁਕ ਹੈ, ਫਾਸਨ ਕੀ ਵਿਦ ਸਭ ਕੋ ਜਾਣੈ, ਛੂਟਨ ਕੀ ਇੱਕ ਕੋਈ। ਤੇ ਅੰਤਲੀ ਭਗਤੀ ਹੈ, ਕਉ ਕਬੀਰ ਰਾਮ ਹਿਰਦੈ ਵਿਚਾਰੈ, ਸੂਤਕ ਤਿਨੈ ਨਾ ਹੋਈ। ਜਿਹੜਾ ਸੂਤਕ ਪਾਤਕ ਦਾ ਵਹਿਮ ਭਰਮ ਹੈ, ਬ੍ਰਾਹਮਣ ਦਾ ਪਾਇਆ ਹੋਇਆ, ਪੰਡੀਏ ਲੋਕਾਂ ਦਾ ਪਾਇਆ ਹੋਇਆ, ਇਹ ਕਹਿਣ ਤੋਂ ਸਾਨੂੰ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਇਹ ਪ੍ਰਚਾਰ ਸਾਰਾ ਜਿਹੜਾ ਹੈ ਉਹ ਬ੍ਰਾਹਮਣਵਾਦ ਦੇ ਵਿੱਚੋਂ ਹੀ ਆਇਆ ਹੋਇਆ ਤੇ ਅੱਜ ਚੱਲਦਾ ਹੈ। ਜਦੋਂ ਕਿਸੇ ਦੇ ਘਰ ਦੇ ਵਿੱਚ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉੱਥੇ 13 ਦਿਨ ਸੂਤਕ ਮੰਨ ਕਰਕੇ, ਅਪਵਿੱਤਰ ਹੋਇਆ ਹੋਇਆ ਘਰ ਮੰਨ ਕਰਕੇ, ਉੱਥੇ ਇਹ ਪੁਜਾਰੀ ਲੋਕ ਭੋਜਨ ਵਗੈਰਾ ਨਹੀਂ ਛਕਦੇ। ਕਰਮਕਾਂਡ ਦਾ ਘਰ ਆਉਂਦੇ ਆ, ਪੈਸੇ ਵੀ ਇਕੱਠੇ ਕਰਕੇ ਲੈ ਆਉਂਦੇ ਇਸੇ ਤਰ੍ਹਾਂ, ਪਰ ਉੱਥੇ ਭੋਜਨ ਨਹੀਂ ਛਕਣਗੇ। ਤੇ ਦੂਸਰਾ ਸੂਤਕ ਮੰਨਿਆ ਗਿਆ ਹੈ, ਜਿਹਨੂੰ ਪਾਤਕ ਕਿਹਾ ਗਿਆ ਹੈ, ਉਹ ਕਿਸੇ ਦੀ ਮੌਤ ਹੋ ਜਾਣ ਤੇ ਉੱਤੇ 13 ਦਿਨ ਵਾਸਤੇ ਇਸੇ ਤਰ੍ਹਾਂ ਦਾ ਹੀ ਵਹਿਮ ਭਰਮ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਤੇ ਪ੍ਰਚਾਰਿਆ ਜਾਂਦਾ ਹੈ। ਇਹਦੇ ਉੱਤੇ ਹੀ ਸਾਰੀ ਗੱਲਬਾਤ ਭਗਤ ਜੀ ਨੇ ਕੀਤੀ ਹੈ ਕਿ ਸੂਤਕ ਜੇ ਇਸੇ ਤਰ੍ਹਾਂ ਦਾ ਹੀ ਮੰਨਿਆ ਗਿਆ ਹੈ ਤਾਂ ਪਾਣੀ ਵਿੱਚ ਅਨੇਕਾਂ ਹੀ ਜੀਵ ਹਨ ਜਿਹੜੇ ਅਸੀਂ ਬੇਧਿਆਨੀ ਦੇ ਵਿੱਚ ਪੀ ਜਾਂਦੇ ਹਾਂ, ਉਹਨਾਂ ਦੀ ਮੌਤ ਹੋ ਜਾਂਦੀ ਹੈ। ਤੇ ਪਾਣੀ ਵਰਤਣਾ ਵੀ ਇੱਕ ਬੜਾ ਵੱਡਾ ਸੂਤਕ ਹੈ। ਫਿਰ ਧਰਤੀ ਦੇ ਉੱਤੇ ਅਸੀਂ ਫਿਰਦੇ ਤੁਰਦੇ ਹਾਂ, ਹੋਰ ਕਈ ਕਰਮ ਕਰਦੇ ਹਾਂ, ਉੱਥੇ ਵੀ ਜੀ ਜੰਤ ਵਸਦੇ ਨੇ। ਪਰਮੇਸ਼ਰ ਨੇ ਜਿਹੜੀ ਇਹ ਉਤਪਤੀ ਕੀਤੀ ਹੋਈ ਹੈ, ਇਸ ਉਤਪਤੀ ਦੇ ਵਿੱਚ ਹੀ ਫਿਰ ਸੂਤਕ ਮੰਨਣਾ ਪਏਗਾ, ਕਿਉਂਕਿ ਇਹ ਜੰਮਣ ਮਰਨਾ ਜਿਹੜਾ ਹੈ ਸਾਰੇ ਜੀਵਨ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਧਰਤੀ ਦੇ ਉੱਤੇ ਹੋ ਰਿਹਾ ਹੈ। ਅਗਲੀ ਸੂਤਕ ਦੀ, ਜਨਮੇ ਸੂਤਕ ਮੋਏ ਫੁਨ ਸੂਤਕ, ਸੂਤਕ ਪਰਜ ਵਿਗੋਈ। ਤੋ ਇਹ ਜਿਹੜਾ ਸਾਰਾ ਹੀ ਸ਼ਬਦ ਹੈ ਸੂਤਕ ਦੇ ਵਹਿਮ ਭਰਮ ਦੇ ਉੱਤੇ ਉਚਾਰਨ ਕੀਤਾ ਹੋਇਆ ਹੈ।
ਔਰ ਕਿਸੇ ਪੰਡੇ ਦੇ ਨਾਲ ਭਗਤ ਜੀ ਦੀ ਗੱਲਬਾਤ ਹੋਈ ਹੈ। ਇਸ ਕਰਕੇ ਜਿਹੜੀ ਇਹ ਪੰਕਤੀ ਆਖੀ ਗਈ ਹੈ ਕਿ ਫਾਸਨ ਕੀ ਬਿਧ ਸਭ ਕੋ ਜਾਣੈ, ਛੂਟਨ ਕੀ ਇੱਕ ਕੋਈ। ਸਾਰਾ ਸੰਸਾਰ ਹੀ ਜਿਹੜਾ ਇਹਨਾਂ ਵਿਸ਼ਵਾਸਾਂ ਦੇ ਵਿੱਚ ਰੁੱਝਿਆ ਹੋਇਆ ਹੈ। ਭਗਤ ਜੀ ਦੇ ਖਿਆਲ ਦੇ ਮੁਤਾਬਕ ਔਰ ਅਸਲੀਅਤ ਵੀ ਇਹੋ ਹੀ ਹੈ ਕਿ ਕੇਵਲ ਵਹਿਮ ਭਰਮ ਹੋਣੇ ਕਰਕੇ ਫਸਦੇ ਅੱਗੇ ਤੋਂ ਅੱਗੇ ਜਾ ਰਹੇ ਹਨ ਸਾਰੇ ਹੀ ਪ੍ਰਾਣੀ ਮਾਤਰ। ਕਿਉਂਕਿ ਇਹ ਸੁਦਕ ਪਾਦਕ ਜਿਹੜਾ ਪ੍ਰਾਣੀਆਂ ਵਿੱਚ ਹੀ ਮੰਨਿਆ ਗਿਆ ਹੈ, ਜਾਨਵਰਾਂ ਵਿੱਚ ਜਾਂ ਪੰਛੀਆਂ ਵਿੱਚ ਕੋਈ ਨਹੀਂ ਹੈ। ਇਸ ਕਰਕੇ ਸਿੱਧਾ ਮੁਖਾਤਬ ਕੀਤਾ ਹੈ ਭਗਤ ਜੀ ਨੇ ਦੁਨੀਆ ਦੇ ਲੋਕਾਂ ਨੂੰ, ਜਿਨ੍ਹਾਂ ਦੇ ਵਿੱਚ ਇਹ ਵਿਸ਼ਵਾਸ ਹਨ, ਜਿਨ੍ਹਾਂ ਦੇ ਵਿੱਚ ਇਹ ਭਰਮ ਪਿਆ ਹੋਇਆ ਹੈ। ਤਾਂ ਕਹਿ ਦਿੱਤਾ ਕਿ ਸਾਰੀ ਹੀ ਜਿਤਨੀ ਦੁਨੀਆ ਹੈ ਉਹ ਫਾਸਨ ਕੀ ਵੀ ਸਭ ਕੁਝ ਜਾਣੇ। ਉਹਦਾ ਫਾਹੇ ਲੱਗਣ ਵਾਲੀ ਭਾਵ ਕਿ ਇਸ ਵਹਿਮ ਭਰਮ ਦੇ ਵਿੱਚ ਜਕੜੀ ਜਾਣ ਵਾਲੀ ਦੁਨੀਆ ਬੜੀ ਹੋਈ ਹੈ। ਛੂਟਣ ਕੀ ਇੱਕ ਕੋਈ ਇੱਕ ਹੈ ਜਿਹੜਾ ਇਹਦੇ ਤੋਂ ਗੁਰੂ ਦਾ ਗਿਆਨ ਪ੍ਰਾਪਤ ਕਰਕੇ ਛੁਟਕਾਰਾ ਪਾ ਜਾਂਦਾ ਹੈ। ਅੰਤਲੀ ਪੰਕਤੀ ਦੇ ਵਿੱਚ ਜਿਹੜੀ ਗੱਲ ਕਹੀ ਹੈ ਕਿ ਕਹੇ ਕਬੀਰ ਰਾਮ ਹਿਰਦੈ ਵਿਚਾਰੈ, ਸੂਤਕ ਤਿਨੈ ਨਾ ਹੋਈ। ਇਹ ਕੱਕਾ ਹੈ ਨੁਸਿਆਰੀ ਜਿਹੜੀ ਹੈ ਨਾ, ਇਹਦਾ ਉਚਾਰਨ ਕਹਿ ਨਹੀਂ ਹੋਣਾ ਚਾਹੀਦਾ, ਕਿਉਂਕਿ ਕਹਿ ਸ਼ਬਦ ਜਿਹੜਾ ਹੈ ਇਹ ਸੰਬੋਧਨ ਕਾਰਕ ਦੇ ਵਿੱਚ ਵਰਤਿਆ ਜਾਂਦਾ ਹੈ, ਪਰ ਹੈ ਇਹ ਕਹੇ ਕਬੀਰ ਰਾਮ ਹਿਰਦੈ ਵਿਚਾਰੈ। ਕਬੀਰ ਕਹਿੰਦਾ ਹੈ, ਪ੍ਰੈਜ਼ੈਂਟ ਟੈਂਸ ਦੇ ਵਿੱਚ ਗੱਲ ਹੈ, ਤੇ ਉਹ ਹੁਕਮੀ ਕਿਰਿਆ ਦੇ ਵਿੱਚ ਬਣ ਜਾਂਦਾ ਹੈ। ਇਹ ਪ੍ਰੈਜ਼ੈਂਟ ਟੈਂਸ ਦੇ ਵਿੱਚ ਹੋਣੇ ਕਰਕੇ ਇਹਦਾ ਪਾਠ ਜਿੱਥੇ ਵੀ ਇਹ ਸ਼ਬਦ ਆਵੇ, ਬਹੁਤਾ ਭਗਤਾਂ ਦੇ ਸ਼ਬਦਾਂ ਵਿੱਚ ਆਉਂਦਾ ਹੈ, ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ, ਇਹਦਾ ਉਚਾਰਨ ਜਿਹੜਾ ਹੈ ਕਹੇ ਕਬੀਰ ਰਾਮ ਹਿਰਦੈ ਵਿਚਾਰੈ, ਸੂਤਕ ਤਿਨੈ ਨਾ ਹੋਈ। ਸੂਤਕ ਤੋਂ ਮੁਕਤ ਉਹ ਹੋ ਜਾਂਦੇ ਹਨ ਜਿਹੜੇ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਲੱਗ ਕਰਕੇ ਗੁਰਮਤਿ ਦੁਆਰਾ ਆਪਣਾ ਜੀਵਨ ਬਸਰ ਕਰਦੇ ਹਨ ਅਤੇ ਗੁਰਮਤਿ ਦੀ ਸੇਧ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿਸ਼ਵਾਸ ਦੇ ਵਿੱਚ ਜਿਉਂਦੇ ਹਨ। ਉਹਨਾਂ ਨੂੰ ਸੂਤਕ ਪਾਤਕ ਕਿਸੇ ਕਿਸਮ ਦਾ ਕੋਈ ਵੀ ਲੱਗਦਾ ਨਹੀਂ ਹੈ, ਕੋਈ ਵੀ ਉਹਨਾਂ ਦੇ ਉੱਤੇ ਸੂਤਕ ਪਾਤਕ ਦਾ ਅਸਰ ਨਹੀਂ ਹੁੰਦਾ, ਨਾ ਹੀ ਉਹਨਾਂ ਦੀ ਇਹ ਸੂਤਕ ਪਾਤਕ ਦੀ ਮਨੌਤ ਉਹਨਾਂ ਦੇ ਹਿਰਦੇ ਵਿੱਚ ਹੁੰਦੀ ਹੈ। ਸੋ ਇਹ ਇਤਨੀ ਕੁ ਵਿਚਾਰ ਜਿਹੜੀ ਹੈ, ਫਾਸਨ ਕੀ ਵੀ ਸਭ ਕੁਝ ਜਾਣੈ, ਛੂਟਣ ਕੀ ਇੱਕ ਕੋਈ ਦਾ ਮਤਲਬ ਹੈ ਕੋਈ ਵਿਰਲਾ ਹੀ ਜਿਹੜਾ ਹੈ ਗੁਰੂ ਕਰਤਾਰ ਦਾ ਨਿਵਾਜਿਆ ਹੋਇਆ, ਉਹੀ ਇਹਨਾਂ ਵਹਿਮਾਂ ਭਰਮਾਂ ਵਿੱਚੋਂ ਨਿਕਲ ਕਰਕੇ ਅਸਲੀਅਤ ਨੂੰ ਸਮਝ ਕਰਕੇ ਮੁਕਤ ਹੋ ਜਾਂਦਾ ਹੈ। ਇਹ ਤੇ ਵਿਚਾਰ ਹੈਗੀ ਇਹਨਾਂ ਤੁਕਾਂ ਦੇ ਬਾਰੇ। ਬਾਕੀ ਅਗਲੀਆਂ ਤੁਕਾਂ ਜਿਹੜੀਆਂ ਜੋ ਜਾਣੈ ਹਉ ਭਗਤ ਗਿਆਨੀ, ਵੀ ਜਦੋਂ ਮਨੁੱਖ ਸ਼ੁਭ ਕਰਮ ਕਰਨ ਵਾਲਾ ਹੰਕਾਰ ਦੇ ਵਿੱਚ ਉਹਨਾਂ ਕਰਮਾਂ ਨੂੰ ਕਰਦਾ ਹੈ ਤੇ ਆਪਣੇ ਆਪ ਨੂੰ ਬੜਾ ਵੱਡਾ ਭਗਤ ਜਾਣਨ ਲੱਗ ਪੈਂਦਾ ਹੈ, ਜਾਂ ਆਪਣਾ ਆਪ ਨੂੰ ਬੜਾ ਵੱਡਾ ਵਿਦਵਾਨ ਸਮਝਣ ਲੱਗ ਪੈਂਦਾ ਹੈ, ਆਗਿਆ ਠਾਕੁਰ ਦਿਲ ਨਹੀਂ ਮਾਨੀ। ਮੈਨੂੰ ਇਉਂ ਪ੍ਰਤੀਤ ਹੋਇਆ ਹੈ ਕਿ ਇੱਥੇ ਜਿਹੜੀ ਦੁਬਿਧਾ ਪੈਂਦੀ ਹੈ ਉਹ ਆਗਿਆ ਸ਼ਬਦ ਤੋਂ ਪੈ ਰਹੀ ਹੈ। ਆਗਿਆ ਠਾਕੁਰ ਦਿਲ ਨਹੀਂ ਮਾਨੀ, ਇਹਦਾ ਅਰਥ ਇਹ ਨਹੀਂ ਹੈ ਕਿ ਅਗਾਂਹ ਜਾ ਕਰਕੇ ਕਿਤੇ ਠਾਕੁਰ ਦੇ ਵਿਸ਼ੇਸ਼ ਟਿਕਾਣੇ ਦੇ ਉੱਤੇ ਇਹਦੀ ਵਿਚਾਰ ਹੁੰਦੀ ਹੈ ਜਾਂ ਇਹਦੇ ਬਾਰੇ ਨਿਰਣਾ ਕਰਨ ਦਾ ਕੋਈ ਸੰਬੰਧ ਬਣਦਾ ਹੈ, ਇਹ ਗੱਲ ਨਹੀਂ ਹੈ। ਇੱਥੇ ਹੈਗਾ ਹੈ ਕਿ ਆਗਿਆ ਠਾਕੁਰ ਦੇ ਅੱਗੇ, ਮਾਲਕ ਸ਼੍ਰੀ ਵਾਹਿਗੁਰੂ ਜੀ ਦੇ ਅੱਗੇ, ਉਹਦੇ ਦਰਬਾਰ ਦੇ ਵਿੱਚ ਇਸ ਗੱਲ ਨੂੰ ਇੱਕ ਤਿਲ ਜਿੰਨੀ ਵੀ ਮਹਾਨਤਾ ਨਹੀਂ ਦਿੱਤੀ ਜਾ ਰਹੀ। ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਾਹਮਣੇ, ਉਹਦੇ ਦਰਬਾਰ ਦੇ ਵਿੱਚ, ਜਾਂ ਸਰਵ ਵਿਆਪਕ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੱਤਾ ਦੇ ਵਿੱਚ ਜਿਹਦਾ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਹਾਜ਼ਰ ਨਾਜ਼ਰ ਹੈ, ਉਹਦੀ ਹਜ਼ੂਰੀ ਦੇ ਵਿੱਚ ਇਹ ਜਿਹੜੀ ਹਉਮੈ ਵਾਲਾ ਕਰਮ ਹੈ, ਭਾਵੇਂ ਉਹ ਗਿਆਨਵਾਨ ਲੋਕਾਂ ਦੇ ਹਿਰਦੇ ਵਿੱਚ ਆਉਂਦੀ ਹੈ ਹਉਮੈ, ਤੇ ਭਾਵੇਂ ਉਹ ਦੁਨਿਆਵੀ ਭਗਤਾਂ ਦੇ ਹਿਰਦੇ ਵਿੱਚ ਆਉਂਦੀ ਹੈ। ਜਿਹੜੇ ਭਗਤ ਪ੍ਰਵਾਨਿਤ ਹੋਏ ਨੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਦੇ ਵਿੱਚ, ਉਹਦਾ ਪ੍ਰਵਾਨ ਹੀ ਉਦੋਂ ਹੋਏ ਜਦੋਂ ਇਹਨਾਂ ਬੰਧਨਾਂ ਤੋਂ ਛੁਟਕਾਰਾ ਪਾ ਗਏ। ਇਸ ਕਰਕੇ ਕਈ ਦਫਾ ਅਸੀਂ ਆਪਣੇ ਆਲੇ ਦੁਆਲੇ ਵੀ ਤੱਕੀਏ ਤਾਂ ਇਸ ਤਰ੍ਹਾਂ ਸੁਣੀਦਾ ਹੈ ਕਿ ਅਸੀਂ ਇੰਨੀਆਂ ਯਾਤਰਾਵਾਂ ਜੀ ਹਜ਼ੂਰ ਸਾਹਿਬ ਦੀਆਂ ਕਰ ਲਈਆਂ ਨੇ, ਇੰਨੀਆਂ ਯਾਤਰਾਵਾਂ ਅਸੀਂ ਪਟਨਾ ਸਾਹਿਬ ਦੀਆਂ ਕਰ ਲਈਆਂ ਨੇ। ਇਸ ਗੱਲ ਨੂੰ ਫੇਰ ਵਿਚਾਰਿਆ ਜਾ ਸਕਦਾ ਹੈ
ਤੋਂ ਗੱਲ ਇਹ ਚੱਲ ਰਹੀ ਸੀ ਕਿ ਇਹ ਜਿਹੜੇ ਹਉਮੈ ਦੇ ਵਿੱਚ ਕੀਤੇ ਹੋਏ ਧਰਮ ਕਰਮ ਹਨ, ਉਹਨਾਂ ਦੀ ਗੱਲ ਹੈ ਕਿ ਜੋ ਜਾਣੈ ਹਉ ਭਗਤ ਗਿਆਨੀ, ਆਗੇ ਠਾਕੁਰ ਤਿਲ ਨਹੀਂ ਮਾਨੀ। ਇਹ ਠਾਕੁਰ ਸ਼੍ਰੀ ਅਕਾਲ ਪੁਰਖ ਜੀ ਦੇ ਅੱਗੇ ਤਿਲ ਜਿੰਨੀ ਵੀ ਮਹਾਨਤਾ ਹਉਮੈ ਵਿੱਚ ਕੀਤਾ ਹੋਇਆ ਕਰਮ, ਭਾਵੇਂ ਗਿਆਨੀਆਂ ਦਾ ਕਰਮ ਹੈ ਤੇ ਭਾਵੇਂ ਅਖੌਤੀ ਭਗਤਾਂ ਦਾ ਕਰਮ ਹੈ, ਇਹ ਪ੍ਰਵਾਨ ਨਹੀਂ ਚੜ੍ਹਦਾ। ਬਾਕੀ ਸਾਰਾ ਸ਼ਬਦ ਜਿਹੜਾ ਹਉਮੈ ਦਾ ਹੀ ਵਿਰੋਧ ਕਰਨ ਵਾਲਾ, ਜਿੱਜਾ ਜਾਣੈ ਹਉ ਕਛ ਹੂਆ, ਬਾਂਧਿਓ ਜਿਉ ਨਲਨੀ ਭ੍ਰਮ ਸੂਆ। ਜੋ ਜਾਣੈ ਹਉ ਭਗਤ ਗਿਆਨੀ, ਆਗੇ ਠਾकुर ਤਿਲ ਨਹੀਂ ਮਾਨੀ। ਜੋ ਜਾਣੈ ਮੈਂ ਕਥਨੀ ਕਰਤਾ, व्यापारी बसुदा ज्यों फिरता। साध संग जे हौमै मारी, नानक तां को मिले मुरारी। तो हौमे का खंडन करन दे वास्ते ही सतगुरु साहब सच्चे पातशाह गरीब नवाज गुरु अर्जन साहब जी इस पौड़ी ਦੇ ਵਿੱਚ ਗੁਰਮਤਿ ਗਿਆਨ ਦੇ ਰਹੇ ਹਨ ਤੇ ਅਸੀਂ ਉਸੇ ਰੋਸ਼ਨੀ ਦੇ ਵਿੱਚ ਰਹਿਣਾ। ਹਾਂ, ਇੱਕ ਨਾਲ ਹੀ ਹੋਰ ਪ੍ਰਸ਼ਨ ਕਿਹੜਾ ਸੀ ਜੀ, ਇੱਕ ਵਾਰ ਦੁਹਰਾ ਦਿਓ। ਇਹ ਸ਼ਬਦ ਸਾਨੂੰ ਕਿਸ ਪਾਸੇ ਲੈ ਕੇ ਜਾਣਾ ਚਾਹੁੰਦੇ ਹਨ? ਇਹ ਸੀ ਨਾ ਜੀ? ਹਾਂਜੀ ਹਾਂਜੀ ਹਾਂ, ਅੱਛਾ ਆ ਗਿਆ ਉੱਤਰ ਜੀ। ਕਿੱਧਰ ਲਿਜਾਣਾ ਚਾਹੁੰਦੇ ਹੈ ਜੀ? ਸ਼ਬਦ ਤੇ ਸਾਨੂੰ ਸਹੀ ਰਸਤੇ ਤੇ ਲਿਜਾਣਾ ਚਾਹੁੰਦੇ ਨੇ, ਸਾਨੂੰ ਸਮਝਣ ਚ ਫਰਕ ਹੋ ਸਕਦਾ ਹੈ। ਇਹਦੇ ਬਾਰੇ ਭੁਲੇਖੇ ਚ ਨਹੀਂ ਪੈਣਾ ਚਾਹੀਦਾ ਗੁਰੂ ਕੇ ਸਿੱਖਾਂ ਨੂੰ, ਕਿਉਂਕਿ ਇੱਥੇ ਗੁਰੂ ਦਾ ਸਿਧਾਂਤ ਜਿਹੜਾ ਹੈ ਉਹਦੀ ਹੀ ਵਿਆਖਿਆ ਕਰਕੇ ਉਸ ਸਿਧਾਂਤ ਦੇ ਵੱਲ ਹੀ ਆਪਣੀ ਸੁਰਤੀ ਬਿਰਤੀ ਟਿਕਾਣ ਅਤੇ ਆਪਣਾ ਜਿਹੜਾ ਕਰਮ ਹੈ ਉਹਦੀ ਪ੍ਰੇਰਣਾ ਦਿੱਤੀ ਗਈ ਹੈ। ਹੋਰ ਕੋਈ ਇਹਦੇ ਵਿੱਚ ਵਹਿਮ ਭਰਮ ਵਾਲੀ ਗੱਲ ਨਹੀਂ। ਬਹੁਤ ਸਪਸ਼ਟ ਹੈ ਜੀ। ਸ਼ੁਕਰੀਆ ਗਿਆਨੀ ਜੀ, ਆਪ ਜੀ ਦਾ ਸ਼ੁਕਰੀਆ। ਅਸਲ 'ਚ ਕਿਸੇ ਨਾ ਕਿਸੇ ਸ਼ਕਲ ਵਿੱਚ ਅਸੀਂ ਬਹੁਤ ਸਾਰੀ ਗਿਣਤੀ, ਜਿਵੇਂ ਹੁਣੇ ਪਹਿਲੀ ਤੁਕ 'ਚ ਨਾ ਕਿ ਇੱਕ ਕੋਈ ਵਿਰਲਾ ਜਿਹੜਾ ਵੀ ਗੁਰਮਤਿ ਵਿਚਾਰਧਾਰਾ ਤੇ ਚੱਲਦਾ, ਵਰਨਾ ਅੱਜ ਵੀ ਆਪਾਂ ਦੇਖਦੇ ਹਾਂ ਕਿ ਅਸਾਂ ਲੋਕਾਂ ਵਿੱਚੋਂ ਬਹੁਤ ਗਿਣਤੀ ਜਿਹੜੀ ਹੈ ਉਹ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਕਿਸੇ ਨਾ ਕਿਸੇ ਵਹਿਮ 'ਚ ਫਸੇ ਨੇ, ਭਾਵੇਂ ਉਹਦਾ ਨਾਂ ਕੋਈ ਹੋਰ ਦੇ ਦਈਏ। ਚਲੋ ਸਮਾਂ ਇਜਾਜ਼ਤ ਨਹੀਂ ਦਿੰਦਾ, ਇਹ ਚੀਜ਼ਾਂ ਫਿਰ ਵਿਚਾਰਦੀਆਂ, ਆਪਾਂ ਵਿਚਾਰਦੇ ਰਵਾਂਗੇ। ਆਪਾਂ ਅਗਲੇ ਸ਼ਬਦ ਵੱਲ ਚੱਲਦੇ ਹਾਂ ਜੀ। ਤੋ ਅਗਲਾ ਸ਼ਬਦ ਜਿਹੜਾ ਉਹ ਸਾਹਿਬ ਮਨਮੋਹਨ ਸਿੰਘ ਜੀ ਪੁੰਛ ਵਾਲੇ, ਉਹਨਾਂ ਨੂੰ ਬੇਨਤੀ ਹੈ ਕਿ ਇਹ ਸ਼ਬਦ ਆਇਆ ਸੀ ਕਿ ਵਵਾ ਕੰਨਾ ਤੇ ਹਾਹਾ, ਦੂਸਰਾ ਹੈ ਵਵਾ ਕੰਨਾ ਹਾਹੇ ਨੂੰ ਔਂਕੜ, ਤੀਸਰਾ ਵਵਾ ਕੰਨਾ ਹਾਹੇ ਨੂੰ ਸਿਆਰੀ। ਵੀ ਇਹ ਤਿੰਨ ਜਿਹੜੇ ਅੱਖਰ ਨੇ ਇਹ ਕੀ ਨੇ, ਤੇ ਆਪਾਂ ਨੂੰ ਵਾਹਿਗੁਰੂ ਬੋਲਣਾ ਹੈ ਕਿ ਵਾਹਿਗੁਰੂ ਬੋਲਣਾ? ਇਹਦੇ ਆ ਥੋੜਾ ਜਿਹਾ ਚਾਨਣਾ ਪਾਓ ਜੀ ਗਿਆਨੀ ਮਨਮੋਹਨ। ਚਲਦੇ ਹਾਂ ਜੀ ਅਗਲੇ ਸ਼ਬਦ ਔਰ ਸਾਧ ਸੰਗਤ ਜੀ ਖਿਮਾ ਕਰਨਾ, ਤੇ ਮਨਮੋਹਨ ਸਿੰਘ ਜੀ ਦਾ ਸ਼ਾਇਦ ਨੈਟਵਰਕ ਨਹੀਂ ਮਿਲ ਰਿਹਾ ਜਾਂ ਕੁਛ ਹੈ, ਤਾਂ ਆਪਾਂ ਅਗਲੇ ਸ਼ਬਦ ਚੱਲਦੇ ਹਾਂ ਜੀ। ਸਰ ਹਰਪ੍ਰੀਤ ਸਿੰਘ ਜੀ ਸ੍ਰੀਨਗਰ ਤੋਂ ਪੁੱਛਦੇ ਨੇ ਕਿ ਆਨੰਦ ਸਾਹਿਬ ਦੇ ਪਹਿਲੇ ਪਦੇ ਵਿੱਚ ਲਫ਼ਜ਼ ਆਨੰਦ ਨੂੰ ਟਿੱਪੀ ਲੱਗੀ ਹੈ, ਪਰ ਜਿਹੜਾ ਅਖੀਰਲਾ ਪਦਾ ਹੈ, ਪਦਾ ਨੰਬਰ 40, ਉਹਦੇ ਵਿੱਚ ਜਿਹੜਾ ਆਨੰਦ ਹੈ ਉਹਦੇ ਸਪੈਲਿੰਗ ਐੜਾ ਨੰਨਾ ਦੱਦਾ ਨੇ। ਵੀ ਆਇਆ ਦੋਨੋਂ ਕੋਈ ਕਨਫਿਊਜ਼ਨ ਹੈ ਜਾਂ ਇਹ ਵੱਖੋ ਵੱਖਰੇ ਨੇ ਜਾਂ ਇਹਨਾਂ ਦੇ ਅਰਥ ਵੱਖਰੇ ਨੇ? ਕਿਰਪਾ ਕਰਕੇ ਇਹਦਾ ਥੋੜਾ ਜਿਹਾ ਨਿਰਣਾ ਕੀਤਾ ਜਾਏ। ਮੈਂ ਬੇਨਤੀ ਕਰਾਂਗਾ ਗਿਆਨੀ ਅੰਮ੍ਰਿਤਪਾਲ ਸਿੰਘ ਜੀ, ਉਹ ਯੂਕੇ ਅੱਜ ਕੱਲ੍ਹ ਹਨ ਤੇ ਉਹ ਜੁੜ ਗਏ ਨੇ, ਤੇ ਉਹ ਕਿਰਪਾ ਕਰਕੇ ਇਹਨੂੰ ਦੱਸਣ ਜੀ। ਐੜਾ ਨੰਨੇ ਤੇ ਟਿੱਪੀ ਔਰ ਟਿੱਪੀ ਤੋਂ ਬਗੈਰ ਜਿਹੜਾ ਆਨੰਦ ਆਪਾਂ ਪੜ੍ਹਦੇ। ਹਾਂਜੀ ਗਿਆਨੀ। ਹਾਂਜੀ, ਸਤਿਕਾਰਯੋਗ ਸਰਦਾਰ ਰਾਜਾ ਸਿੰਘ ਜੀ ਤੇ ਸਾਰਿਆਂ ਨੂੰ ਹੀ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਇਹ ਸ਼ਬਦ ਆਖਰੀ ਪੌੜੀ ਵਿੱਚ ਆਉਂਦਾ ਵੈ, ਐੜਾ ਨੰਨਾ ਦੱਦੇ ਔਂਕੜ, ਉੱਪਰ ਟਿੱਪੀ ਨਹੀਂ ਆਈ। ਜਿਹੜੀਆਂ ਹੱਥ ਲਿਖਤ ਪ੍ਰਮਾਣਿਕ ਪੋਥੀਆਂ ਹੈਗੀਆਂ ਨੇ ਜਾਂ ਪ੍ਰਾਚੀਨ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਨੇ, ਲਗਭਗ ਉਹਨਾਂ ਸਾਰਿਆਂ ਵਿੱਚ ਹੀ ਨੰਨੇ ਉੱਪਰ ਟਿੱਪੀ ਆਈ ਹੋਈ ਹੈਗੀ ਹੈ। ਆਨੰਦ ਹੀ ਲਫ਼ਜ਼ ਹੈ। ਛਾਪੇ ਵਾਲੀਆਂ ਬੀੜਾਂ ਦੇ ਵਿੱਚ ਟਿੱਪੀ ਦੀ ਉਕਾਈ ਹੈਗੀ ਹੈ। ਜਿਹੜੀਆਂ ਲਿਖਤੀ ਬੀੜਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ, ਉਹਨਾਂ ਦੇ ਮੈਂ ਤੁਹਾਨੂੰ ਹਵਾਲੇ ਵੀ ਦੇ ਦਿੰਦਾ ਵਾਂ। ਬੀੜ ਨੰਬਰ 5, ਬੀੜ ਨੰਬਰ 808/8, ਬੀੜ ਨੰਬਰ 24/36, ਬੀੜ ਨੰਬਰ 26/55, ਬੀੜ ਨੰਬਰ 29/79, ਬੀੜ ਨੰਬਰ 35/116, ਬੀੜ ਨੰਬਰ 36/117, ਬੀੜ ਨੰਬਰ 37/170, ਬੀੜ ਨੰਬਰ 38/173, ਬੀੜ 40/236, ਬੀੜ ਨੰਬਰ 54, ਬੀੜ ਨੰਬਰ 56। ਜਿੰਨੀਆਂ ਹੱਥ ਲਿਖਤ ਸਾਡੇ ਕੋਲ ਬੀੜਾਂ ਪਈਆਂ ਨੇ, ਉਹਨਾਂ ਸਾਰੀਆਂ ਬੀੜਾਂ ਦੇ ਵਿੱਚ ਆਨੰਦ ਦੇ ਨੰਨੇ ਉੱਪਰ ਟਿੱਪੀ ਲੱਗੀ ਹੋਈ ਹੈ। ਆਨੰਦ ਹੀ ਲਿਖਿਆ ਹੋਇਆ ਹੈ। ਸਿਰਫ ਛਾਪੇ ਵਾਲੀਆਂ ਬੀੜਾਂ ਚ ਉਕਾਈ ਹੈ, ਉੱਥੇ ਟਿੱਪੀ ਮਿਸਪਲੇਸ ਹੈਗੀ ਹੈ, ਜਿਹੜੀ ਕਿ ਲਗਾਣੀ ਯੋਗ ਹੈ। ਤੇ ਹੁਣ ਸਪਸ਼ਟ ਹੋ ਗਿਆ ਹੋਏਗਾ
ਕਿ ਆਨੰਦ ਹੀ ਇਹਦਾ ਪਾਠ ਹੈ ਟਿੱਪੀ ਦੇ ਨਾਲ। ਤੇ ਪਰ ਹੁਣ ਸਾਨੂੰ ਸਾਡੇ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿੱਥੇ ਉਕਾਈ ਹੈ ਉਹਨੂੰ ਠੀਕ ਕੀਤਾ ਜਾਵੇ ਜੀ। ਹਾਂਜੀ ਹਾਂ ਸਤਚੰਦਜੀਤ ਸਿੰਘ ਜੀ, ਜੇ ਤੁਸੀਂ ਦਿਖਾ ਸਕੋ ਪੁਰਾਣੀਆਂ ਬੀੜਾਂ ਤੇ ਹਾਂਜੀ, ਮੈਂ ਦਰਸ਼ਨ ਕੱਲ 2 ਭੇਜੀਆਂ ਸੀਗੀਆਂ। ਹਾਂ, ਹੱਥ ਲਿਖਤ ਬੀੜ ਦੀ ਵੀ ਭੇਜੀ ਸੀ ਤੇ ਨਾਲੇ ਉਹ ਇੱਕ ਬੀੜਾਂ ਦੀ ਡਿਟੇਲ ਭੇਜੀ ਸੀ ਮੈਂ ਚਰਨਜੀਤ ਸਿੰਘ ਵੀਰ ਜੀ ਨੂੰ, ਉਹ ਦਿਖਾ ਦੇਣਗੇ, ਉਹਨਾਂ ਨੂੰ ਕੋਈ ਵੀ ਸ਼ੋਅ ਕਰ ਦੇਣਾ। ਹਾਂਜੀ, ਤਾਂ ਚਰਨਜੀਤ ਸਿੰਘ ਜੇ ਹੋ ਸਕਦਾ ਹੈ ਇਸ ਵੇਲੇ ਰੈਡੀ ਹੈ ਤੇ ਹਾਂਜੀ ਹਾਂਜੀ, ਆਹ ਸਾਰੀ ਸੂਚੀ ਆ ਗਈ ਜੀ। ਦੇਖੋ ਇਸ ਸੂਚੀ ਦੇ ਵਿੱਚ ਸਾਰੀਆਂ ਸੂਚੀ ਬੀੜਾਂ ਨੇ ਬਕਾਇਦਾ ਸੂਚੀ ਨੰਬਰ ਵੀ ਦਿੱਤੇ ਨੇ, ਉਹਨਾਂ ਦੇ ਪੱਤਰੇ ਵੀ ਦਿੱਤੇ ਨੇ, ਕਿਹੜੇ ਪੱਤਰੇ ਦੇ ਉੱਪਰ ਕਿਹੜੀ ਸਤਰ ਹੈਗੀ ਹੈ, ਬਕਾਇਦਾ ਸਤਰ ਤੱਕ ਦੀ ਨਾਲ ਦਿੱਤੀ ਹੋਈ ਹੈ। ਜਿਵੇਂ ਬੀੜ ਨੰਬਰ 5 ਵਿੱਚ ਇਹ 10ਵੀਂ ਸਤਰ ਹੈਗੀ ਹੈ। ਇਸ ਤਰ੍ਹਾਂ ਨੰਨੇ ਉੱਪਰ ਟਿੱਪੀ ਜਿਹੜੀ ਲਿਖਤੀ ਪ੍ਰਾਚੀਨ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੇ ਉਹਨਾਂ ਵਿੱਚ ਆਨੰਦ ਸਾਰਿਆਂ ਤੇ ਟਿੱਪੀ ਸਹਿਤ ਹੀ ਆ ਰਿਹਾ ਵੈ। ਸਿਰਫ ਜਿਹੜੀ ਸੰਥਾ ਪੋਥੀਆਂ ਜਾਂ ਜਿਹੜੇ ਹੱਥ ਲਿਖਤ ਜਿਹੜੀਆਂ ਛਾਪੀ ਹੋਈਆਂ ਬੀੜਾਂ ਨੇ ਉਹਨਾਂ ਵਿੱਚ ਟਿੱਪੀ ਮਿਸਪਲੇਸ ਹੈਗੀ ਹੈ। ਹਾਂਜੀ ਚਰਨਜੀਤ ਸਿੰਘ ਜੀ, ਕੋਈ ਹੋਰ ਤੁਸੀਂ ਪੁਰਾਤਨ ਬੀੜ ਦੇ ਦਰਸ਼ਨ ਕਰਾ ਸਕਦੇ ਹੋ? ਹਾਂਜੀ ਇਹ ਦੇਖੋ ਜੀ। ਹਾਂਜੀ, ਇਹਦੇ ਵਿੱਚ ਵੀ ਦੇਖ ਲਓ ਨੰਨੇ ਉੱਪਰ ਟਿੱਪੀ ਲੱਗੀ ਹੋਈ ਹੈਗੀ ਹੈ। ठीक, धन्यवाद जी, शुक्रिया। तो साध संगत जी, ज्ञानी अमृतपाल सिंह जी ने बड़ा क्लीयर दसिया और आप जी ने पुरातन बीड़ के दर्शन भी किए ने। टिप्पी लगी है असल विच जिस वेले छापाखाना शुरू होया तो कई गल्लां जिहड़ियां ने वो उन्हां च चेंजेस आ गई ने। छापाखाने का पता नहीं कोई टैक्नीकल मजबूरी सी या किस तरह, जिवें मैनू पहले पता लग्या सी किसी विद्वान कोलों भी जिहड़ा लफज शुद्ध ते शुद्ध कीते है ਉਹ ਜਿਹੜੀਆਂ ਪੁਰਾਤਨ ਬੀੜਾਂ ਸਨ ਉਹਨਾਂ ਦੇ ਮਾਰਜਨ ਵਿੱਚ ਹਾਸ਼ੀਏ 'ਚ ਲਿਖਿਆ ਹੁੰਦਾ ਸੀ। ਜਿਸ ਵੇਲੇ ਛਾਪਾਖਾਨਾ ਆਇਆ ਤੇ ਉਹ ਨਾਲ ਛਾਪ ਦਿੱਤਾ ਗਿਆ, ਤੇ ਜਿਹਦੇ ਕਾਰਨ ਇਹ ਹੈ ਕਿ ਕਈ ਵਾਰੀ ਵਾਰ ਦੇ ਅੰਤ ਤੇ ਜਿਵੇਂ ਆਪਾਂ ਅੱਗੇ ਵੀ ਗੱਲ ਕੀਤੀ ਸੀ, ਉਹ ਸ਼ੁੱਧ ਲਫ਼ਜ਼ ਜਿਹੜਾ ਉਹ ਪੜ੍ਹਿਆ ਜਾਂਦਾ। ਤੇ ਇਸੇ ਤਰ੍ਹਾਂ ਦੀ ਕਈ ਗੱਲਾਂ ਹੋਰ ਨੇ, ਔਰ ਕੁਝ ਹੋਰ ਐਸੀਆਂ ਗਲਤੀਆਂ ਨੇ ਜਿਹੜੀਆਂ ਵਿਦਵਾਨਾਂ ਨੇ ਕੱਢ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀਆਂ ਹੋਈਆਂ ਨੇ, ਪਰ ਉਹਨਾਂ ਨੇ ਅਜੇ ਤੱਕ ਕੋਈ ਉਹਦਾ ਫੈਸਲਾ ਨਹੀਂ ਕੀਤਾ। ਤਾਂ ਲੋੜ ਹੈ ਫੈਸਲਾ ਕਰਨ ਦੀ, नहीं तो क्योंकि ये बड़ा ज़बरदस्त कन्फ्यूजन होंदा है बई किते कोई आनंद पढ़े किते आनंद पढ़े। तो बड़े ऐसे सज्जन मिलते हैं जिहड़े इस गल ते जोर दिंदे नहीं जी, ये एक दिन तो मैनूं इत्थों तक कहा भी ये तो अनहद दा शॉर्ट है। अनहद वो कहते जिहड़ा आनंद है सुनने वाली चीज़ थोड़ा होंदी है। ये मैनूं उन्होंने क्या विचार दिता सी की है, ये तो ज्ञानी जी क्लीयर कर सकते हैं, पर आनंद ते आनंद जिहड़ा लफज है देखो वो कह रहे ने पर या आनंद लफ्ज हुण भी आप जी देखते हो कि कई चैनलों के जिस वेले पाठ होंदा है शाम नूं रहरास दा, तां उस वेले आनंद लफ्ज जिहड़ा वो पढ़िया जांदा। तो ये संगतां नूं कन्फ्यूजन पैदा हो रहा है। तो ज्ञानी जी ने दस दिता है ਜਿਹੜੇ ਇਹ ਗੱਲ ਕਹਿ ਰਹੇ ਨੇ ਸਰਦਾਰ ਰਾਜਾ ਸਿੰਘ ਜੀ, ਜਿਹੜੇ ਇਹ ਗੱਲ ਕਹਿ ਰਹੇ ਨੇ ਕਿ ਅਨਹਦ ਦੀ ਥਾਂ ਤੇ ਅਨੰਦ ਆਇਆ, ਅਨਹਦ ਹੈ ਉਹਨੂੰ ਅਨਹਦ ਸੁਣੀਦਾ ਹੁੰਦਾ, ਆਨੰਦ ਸੁਣੀਦਾ ਨਹੀਂ। ਉਹਨਾਂ ਨੂੰ ਕਨਫਿਊਜ਼ਨ ਇਹ ਹੈ ਆਨੰਦ ਤੇ ਦੱਦੇ ਨੂੰ ਔਂਕੜ ਹੈ, ਉੱਥੇ ਰੁਕੜਾ ਹੈਗਾ ਵਾ ਆਨੰਦ। ਇਹੀ ਆਨੰਦ ਹੈ ਜਿਹੜਾ ਆਨੰਦ ਬਾਣੀ ਦਾ ਨਾਮ ਹੈ ਨਾ, ਉਸ ਆਨੰਦ ਦੀ ਡੈਫੀਨੇਸ਼ਨ ਦਿੱਤੀ ਹੋਈ ਹੈ। ਉਹ ਕਿਹੜੀ ਹੈ ਆਨੰਦ? ਉਹ ਇਹ ਹੈ ਕਿ ਸੁਣੋ ਵਡਭਾਗੀਓ, ਤੇ ਵੱਡਿਆਂ ਭਾਗਾਂ ਵੱਲੋਂ ਬਾਣੀ ਨੂੰ ਸੁਣੋ। ਇਹੀ ਆਨੰਦ ਹੈ। ਆਨੰਦ ਕੀ ਹੈ? ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ। ਪਿੱਛੇ ਜੀ ਕੀ ਸੁਣੀਏ? ਕਹਿਣ ਲੱਗੇ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੱਚੀ ਬਾਣੀ ਸੁਣੋ, ਬਾਣੀ ਸੁਣ ਕੇ ਜੀਵਨ ਚ ਕਮਾਓ। ਇਹੀ ਅਸਲ ਵਿੱਚ ਆਨੰਦ ਹੈ, ਗੁਰੂ ਨੂੰ ਅੰਗ ਸੰਗ ਰੱਖਣਾ, ਬਾਣੀ ਨੂੰ ਅੰਗ ਸੰਗ ਰੱਖਣਾ। ਠੀਕ ਹੈ ਜੀ, ਸ਼ੁਕਰੀਆ ਸ਼ੁਕਰੀਆ। ਇਹ ਸਤਚੰਦਜੀਤ ਸਿੰਘ ਜੀ ਮਨਮੋਹਨ ਸਿੰਘ ਦੀ ਜੁਆਇਨ ਕਰ ਗਏ ਜਾਂ ਨਹੀਂ ਪਾਇਆ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਨਾ 644 ਤੇ ਇਹ ਸ਼ਬਦ ਹੈ ਜੀ, ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ। तो जिन्हों ने सवाल भेजा वो कहते भी अमृत जिहड़ा है वो नाम अमृत है, जद के आप जिस वे खंडे की पौहल छकते हैं, खंडे की पौहल में ही अमृत का नाम दिता गया। बई ये किहड़ी गल ठीक है? मैं बेनती करांगा प्रिंसिपल सुंदर सिंह जी नूं बई इह ते चानना पाउण च। सवाल सरदार राजा सिंह जी वालों दस दिता गया है। भाई साहब भाई कान सिंह जी नाभा ने महान कोश के पन्ना 759 उत्ते पाहुल का अर्थ लिखते हुए पाहो प्लस जल
ਪਾਹੁਲ ਆਦਮੀ ਨੂੰ ਪਾਣ ਚੜਾਉਣ ਵਾਲਾ ਧਰਮ ਮੰਤਰ ਨਾਲ ਤਿਆਰ ਕੀਤਾ ਹੋਇਆ ਜਲ। ਇਹ ਅਰਥ ਲਿਖੇ ਨੇ ਕਿ ਉਹ ਜਲ ਜਿਹੜਾ ਧਰਮ ਮੰਤਰ ਪੜ੍ਹ ਕੇ ਤਿਆਰ ਕੀਤਾ ਜਾਂਦਾ ਹੈ। ਸ਼ਬਦ ਅੰਮ੍ਰਿਤ, ਕਿਉਂਕਿ ਗੁਰਬਾਣੀ ਵਿੱਚ ਜੋ ਇਹਨਾਂ ਨੇ ਪ੍ਰਮਾਣ ਦਿੱਤਾ ਸੀ ਅੰਮ੍ਰਿਤ ਇੱਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਵੀਰ ਜੀ ਨੇ ਕਿਹਾ ਸੀ, ਸਰਦਾਰ ਅਵਤਾਰ ਸਿੰਘ ਉਹਨਾਂ ਦਾ, ਵੀਰ ਸਾਹਿਬ ਵਾਲਿਆਂ ਦਾ ਸ਼ਾਇਦ ਇਹ ਸਵਾਲ ਸੀ ਕਿ ਇੱਥੇ ਸ਼ਬਦ ਨੂੰ ਹੀ ਅੰਮ੍ਰਿਤ ਕਿਹਾ ਹੈ। ਦਰਅਸਲ ਅੰਮ੍ਰਿਤ ਲਫ਼ਜ਼ ਜਿਹੜਾ ਹੈ ਉਹ ਬਾਣੀ ਦੇ ਵਿੱਚ ਜਦੋਂ ਅਸੀਂ ਖੋਜ ਕਰੀਏ ਤਾਂ 13 ਕੁ ਪੁਆਇੰਟ ਤਾਂ ਮੈਨੂੰ ਹੀ ਮਿਲ ਗਏ ਨੇ, ਜੋ ਮੇਰੇ ਕੋਲ ਇਸ ਵੇਲੇ ਵੀ ਅੰਕਿਤ ਕੀਤੇ ਹੋਏ ਨੇ ਕਾਗਜ਼ ਦੇ ਉੱਤੇ। ਇਹਦੇ ਵਿੱਚ ਅੰਮ੍ਰਿਤ ਨਾਮ ਲਈ ਵੀ ਵਰਤਿਆ ਗਿਆ ਸ਼ਬਦ, ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀ ਹੈ, ਸ਼ਬਦ ਲਈ ਪਹਿਲਾਂ ਪ੍ਰਮਾਣ ਬੋਲ ਦਿੱਤਾ। ਅੰਮ੍ਰਿਤ ਬਾਣੀ ਲਈ ਵੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਸਵੇਰ ਦੇ ਸਮੇਂ ਨਿਤਨੇਮ ਦਾ ਪਾਠ ਕਰਨ ਵੇਲੇ ਅਸੀਂ ਅੰਮ੍ਰਿਤ ਵੇਲਾ ਬਾਣੀ ਵਿੱਚ ਵੀ ਵਰਤਿਆ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੇ 36 ਕਿਸਮ ਦੇ ਭੋਜਨ ਇਹਦੇ ਲਈ ਵੀ ਅੰਮ੍ਰਿਤ ਵਰਤਿਆ, ਜੈ ਪ੍ਰਸਾਦ 36 ਅੰਮ੍ਰਿਤ ਖਾਹੇ। ਇਸੇ ਤਰ੍ਹਾਂ 5 ਸਵਾਦਲੇ ਪਦਾਰਥ ਵਿਸ਼ੇਸ਼ ਤੌਰ ਤੇ ਵਿਦਵਾਨਾਂ ਨੇ ਗਿਣੇ ਨੇ। ਉਹ ਤੁਕ ਹੈ ਪਾਵਨ ਜੈ ਮੁਖ ਪੰਚੋਂ ਅੰਮ੍ਰਿਤ ਖਾਏ। ਤੇ ਉਹ 5 ਦੁੱਧ, ਦਹੀਂ, ਘੀ, ਖੰਡ ਤੇ ਸ਼ਹਿਦ ਆਦਿਕ ਲਈ। ਦੁੱਧ ਵਾਸਤੇ ਵੀ ਪਸ਼ੂ ਮਿਲੇ ਚੰਗਿਆਈਆਂ, ਖੜਖਾਵੇ ਅੰਮ੍ਰਿਤ ਦੇ। ਮਿੱਠੇ ਬੋਲ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ। ਮਿੱਠੀ ਬੋਲੀ ਜਾਂ ਮਿੱਠੇ ਬੋਲਾਂ ਵਾਸਤੇ ਅੰਮ੍ਰਿਤ ਸ਼ਬਦ ਵੀ ਵਰਤਿਆ ਹੈ। ਸੋ ਲਗਭਗ 16 ਕਿਸਮ ਦੇ ਇਹ ਸ਼ਬਦਾਂ ਦੀ ਵਰਤੋਂ ਅੰਮ੍ਰਿਤ ਦੇ ਨਾਲ ਹੋਈ ਹੈ। ਵੀਰ ਅੰਮ੍ਰਿਤਪਾਲ ਸਿੰਘ ਜੀ ਯੂਕੇ ਵਾਲੇ ਪਿਛਲੀ ਕਲਾਸ ਵਿੱਚ ਦੱਸਦੇ ਸਨ, ਇਹ 'ਚ 13 ਤਾਂ ਮੈਨੂੰ ਮਿਲ ਗਏ। ਇਹ ਲਈ ਜੇ ਖੰਡੇ ਦੀ ਪਾਹੁਲ ਨੂੰ ਅੰਮ੍ਰਿਤ ਸ਼ਬਦ ਨਾਲ ਬੋਲਦੇ ਹਾਂ ਤਾਂ ਮੈਂ ਸਮਝਦਾ ਕੋਈ ਗਲਤੀ ਨਹੀਂ, ਕੋਈ ਅਤ ਕਥਨੀ ਨਹੀਂ। ਵੈਸੇ ਪਾਹੁਲ ਤੇ ਅੰਮ੍ਰਿਤ, ਕਿਉਂਕਿ ਸ਼ਬਦ ਹੀ ਅੰਮ੍ਰਿਤ ਹੈ, ਸ਼ਬਦ ਹੀ ਗੁਰੂ ਹੈ, ਸ਼ਬਦ ਬਾਣੀ ਪੜ੍ਹ ਕੇ ਹੀ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ। ਤੇ 5 ਪਿਆਰਿਆਂ ਦੁਆਰਾ ਦਿੱਤੀ ਜਾਣ ਵਾਲੀ ਖੰਡੇ ਦੀ ਪਾਹੁਲ ਸਾਡੀ ਕਿਤਾਬ ਵਿੱਚ ਵੀ ਸਰਦਾਰ ਮਹਿੰਦਰ ਸਿੰਘ ਜੀ ਜੋਸ਼ ਲਿਖਦੇ ਹੁੰਦੇ ਸੀ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸ਼ਲੋਕਾਂ ਦੇ ਅਰਥਾਂ ਵਿੱਚ ਲਿਖਿਆ ਕਿ ਖੰਡੇ ਦੀ ਪਾਹੁਲ ਵੀ ਵਾਸਤਵ ਵਿੱਚ ਅੰਮ੍ਰਿਤ ਜਲ ਹੀ ਕਿਹਾ ਜਾ ਸਕਦਾ। ਸੋ ਅੰਮ੍ਰਿਤ ਅਤੇ ਪਾਹੁਲ ਦੇ ਵਿੱਚ ਕੋਈ ਅੰਤਰ ਨਹੀਂ। ਸਭ ਤੋਂ ਵੱਡਾ ਫੈਸਲਾ ਪੰਥ ਨੇ ਪੰਥ ਪ੍ਰਵਾਨਿਤ ਰਹਿਤ ਮਰਜ਼ਾਦਾ ਦੇ ਵਿੱਚ ਜਦੋਂ ਖੰਡੇ ਦੀ ਪਾਹੁਲ ਦਾ ਵਿਧੀ ਵਿਧਾਨ ਦੱਸਿਆ ਤੇ ਉਹ ਅੰਮ੍ਰਿਤ ਸੰਸਕਾਰ ਦੇ ਹੈਡਿੰਗ ਹੇਠਾਂ ਹੀ ਦਿੱਤਾ ਗਿਆ ਹੈ। ਇਸ ਲਈ ਅੰਮ੍ਰਿਤ ਤੇ ਪਾਹੁਲ ਇਹ ਦੋਨੇ ਸਮ ਅਰਥਕ ਲਫ਼ਜ਼ਾਂ ਵਿੱਚ ਹੀ ਵਰਤੇ ਜਾਂਦੇ। ਵੈਸੇ ਵੀ ਜਦੋਂ ਅਸੀਂ ਭਾਈ ਗੁਰਦਾਸ ਜੀ ਦੂਜੇ 41ਵੀਂ ਪੌੜੀ ਵਿੱਚ 41ਵੀਂ ਵਾਰ ਦੇ ਵਿੱਚ ਇਹ ਗੱਲ ਕਹਿੰਦੇ ਨੇ, ਪੀਵੋ ਪਾਹੁਲ ਖੰਡ ਧਾਰ ਹੋਵੇ ਜਨਮ ਸਹੇਲਾ। ਜਾਂ ਭਾਈ ਨੰਦ ਲਾਲ ਸਿੰਘ ਜੀ ਦਾ ਸ਼ਾਇਦ ਰਹਿਤਾਵਾਂ, ਜੇ ਮੈਂ ਗਲਤ ਨਾ ਹੋਵਾਂ, ਪ੍ਰੀਤਮ ਰਹਿਤ ਜੇ ਜਾਨ ਖੰਡੇ ਕੀ ਪਾਹੁਲ ਛਕੇ ਸੋਈ ਸਿੱਖ ਪ੍ਰਧਾਨ ਅਵਰਨਾ ਪਾਹੁਲ ਜੋਲੇ। ਤੇ ਨਾਲ ਹੀ ਦੂਜੇ ਰਹਿਤਨਾਮੇ ਵਿੱਚ 5 ਸਿੰਘ ਅੰਮ੍ਰਿਤ ਜੋ ਦੇਵੇ ਤਾਂ ਕੋ ਸਿਰ ਧਰ ਪੁੰਛਨ ਛਕ ਲੈਵੇਂ ਉਨਮਿਲ ਪੰਚੋਂ ਰਹਿਤ ਜੋ ਭਖ ਹੈ ਤਾਂ ਕੋ ਮਨ ਵਿੱਚ ਦ੍ਰਿੜ ਕਰ ਰੱਖੇ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਪਾਹੁਲ ਦਾ ਅਰਥ ਸਿੱਖ ਧਰਮ ਵਿੱਚ ਜਿਵੇਂ ਅੰਮ੍ਰਿਤ ਛਕ ਕੇ ਹੀ ਪ੍ਰਵੇਸ਼ ਕੀਤਾ ਜਾ ਸਕਦਾ ਹੈ, ਤੇ ਸਿੱਖ ਧਰਮ ਵਿੱਚ ਪ੍ਰਵੇਸ਼ ਕਰਨ ਦੀ ਇਸ ਮਰਜ਼ਾਦਾ ਨੂੰ ਅਸੀਂ ਖੰਡੇ ਬਾਟੇ ਦੀ ਪਾਹੁਲ ਬੋਲ ਦਿੰਦੇ ਹਾਂ। ਤੇ ਜੇ ਖੰਡੇ ਬਾਟੇ ਦੀ ਪਾਹੁਲ ਤੇ ਅੰਮ੍ਰਿਤ ਇਕੱਠਾ ਵੀ ਬੋਲ ਲਈਏ ਤਾਂ ਇਹ 'ਚ ਕੋਈ ਅਤ ਕਥਨੀ ਨਹੀਂ ਹੋਵੇਗੀ। ਵੈਸੇ ਵੀ ਪਹਿਲਾਂ ਇਹ ਪਾਹੁਲ ਚਰਨਾਮਤ ਦੇ ਰੂਪ ਵਿੱਚ ਸੀ। ਭਾਈ ਗੁਰਦਾਸ ਜੀ ਦਾ ਪ੍ਰਮਾਣ ਚਰਨ ਧੋਏ ਰਹਿ ਰਾਸ ਕਰ ਚਰਨਾਮਤ ਸਿੱਖਾਂ ਪਿਲਾਇਆ। ਪਹਿਲੇ ਪਾਤਸ਼ਾਹ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਇਹ ਮਰਜ਼ਾਦਾ ਚੱਲੀ। ਗੁਰੂ ਰਾਮਦਾਸ ਜੀ ਜਦੋਂ ਤਖਤ ਤੇ ਬੈਠੇ ਨੇ, ਸੱਤਾ ਤੇ ਬਲਵੰਡ ਜੀ ਨੇ ਇੱਕ ਗੱਲ ਆਖੀ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖ ਅਤੇ ਸੰਗਤ 2 ਲਫ਼ਜ਼ ਕਿਉਂ ਆਏ? ਦਰਅਸਲ ਜਿਨ੍ਹਾਂ ਨੇ ਚਰਨ ਪਾਹੁਲ ਲੈ ਕੇ ਸਿੱਖੀ ਵਿੱਚ ਪ੍ਰਵੇਸ਼ ਕਰ ਲਿਆ ਹੁੰਦਾ ਸੀ ਉਹ ਸਿੱਖ ਕਹਿਲਾਉਂਦੇ ਸੀ। ਸੰਗਤ ਵਿੱਚ ਕੋਈ ਵੀ ਆ ਸਕਦਾ ਸੀ, ਹਿੰਦੂ, ਸਿੱਖ, ਈਸਾਈ, ਮੁਸਲਮਾਨ, ਕਿਸੇ ਤੇ ਪਾਬੰਦੀ ਨਹੀਂ ਸੀ। ਉਹਨੂੰ ਸੰਗਤੀਆ ਕਿਹਾ ਜਾਂਦਾ ਸੀ ਜਦੋਂ ਤੱਕ ਸੰਗਤ ਵਿੱਚ ਬੈਠਦਾ ਸੀ। ਇਹ ਲਈ ਸਿੱਖੀ ਅਤੇ ਸੰਗਤੀ ਇਹ 2 ਲਫ਼ਜ਼ ਇਸੇ ਕਰਕੇ ਆਏ ਕਿ ਚਰਨਾਮਤ ਦੀ ਪਾਹੁਲ ਲੈ ਕੇ ਸਿੱਖ ਧਰਮ ਵਿੱਚ ਪ੍ਰਵੇਸ਼ ਕੀਤਾ ਜਾਂਦਾ ਸੀ ਤੇ ਬਾਕੀ ਸੰਗਤ ਵਿੱਚ ਆਉਣ ਵਾਲੇ ਸੰਗਤੀਏ ਹੁੰਦੇ ਸੀ। ਦੂਜੀ ਗੱਲ ਇਹ ਵੀ ਚੇਤੇ ਰੱਖਣ ਵਾਲੀ ਹੈ ਕਿ ਮਰਜ਼ਾਦਾ ਗੁਰੂ ਨਾਨਕ ਪਾਤਸ਼ਾਹ ਤੋਂ 9ਵੇਂ ਪਾਤਸ਼ਾਹ ਤੱਕ ਚੱਲੀ। ਮਹਿਮਾ ਪ੍ਰਕਾਸ਼ ਨੇ ਇਹ ਗੱਲ ਸਾਖੀ ਇੱਕ ਦਿੱਤੀ ਹੈ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ
ਇੱਕ ਦਿਨ ਹੁਕਮ ਕੀਤਾ ਹੈ 1699 ਦੀ ਵਿਸਾਖੀ ਤੋਂ ਪਹਿਲਾਂ, ਲਗਭਗ 98 ਦੇ ਨੇੜੇ ਤੇੜੇ ਦੀ ਵਿਸਾਖੀ ਹੈ 1698 ਦੀ, ਕਿ ਜਾ ਕੇ ਗਾਗਰ ਪਾਣੀ ਦੀ ਭਰ ਕੇ ਲਿਆਓ। ਸਿੱਖਾਂ ਨੇ ਲਿਆਂਦੀ, ਪਰ ਗੁਰੂ ਮਹਾਰਾਜ ਨੇ ਪੈਰ ਨਾਲ ਟੱਚ ਕੀਤੀ, ਪੈਰ ਦੇ ਅੰਗੂਠੇ ਨਾਲ। ਜ਼ਰੂਰੀ ਨਹੀਂ ਵਿਚਾਰ ਪੈਰ ਧੋ ਕੇ ਹੀ ਬੁਲਾਉਂਦੇ ਹੋਣਗੇ ਮਹਾਰਾਜ, ਪਰ ਕੁਝ ਸਮਾਂ ਗੱਡੀ ਜਿਹੜੀ ਉਸੇ ਲਾਈਨ ਤੇ ਚੱਲੀ ਹੁੰਦੀ, ਜਦੋਂ ਗੱਡੀ ਦੀ ਲਾਈਨ ਬਦਲਣੀ ਹੋਵੇ ਤੇ ਉਹ ਟੱਚ ਕਰਕੇ ਗੁਰੂ ਮਹਾਰਾਜ ਨੇ ਅਗਲਾ ਹੁਕਮ ਕੀਤਾ ਕਿ ਇਹਨੂੰ ਬੰਦ ਕਰ ਦਿਓ, ਬੰਦ ਕਰਕੇ ਬੋਰੀ 'ਚ ਪਾ ਦਿਓ। ਬੋਰੀ 'ਚ ਪਾ ਕੇ ਸੇਬੇ ਨਾਲ ਚੰਗੀ ਤਰ੍ਹਾਂ ਸੂਏ ਨਾਲ ਸੀ ਕੇ ਇਹਨੂੰ ਚੱਕ ਕੇ ਦਰਿਆ ਸਤਲੁਜ ਦੇ ਵਿੱਚ ਇਤਨੀ ਡੂੰਘੀ ਸੁਟਾਓ ਤੇ ਮੁੜ ਕੇ ਇਹ ਨਿਕਲ ਨਾ ਸਕੇ। ਸਿੱਖ ਸਿੱਟ ਤਾਂ ਆਏ, ਪਰ ਆ ਕੇ ਆਪਣਾ ਸ਼ੰਕਾ ਜ਼ਾਹਰ ਕੀਤਾ, ਸਤਿਗੁਰੂ ਜੀ ਇਹ ਕੀ ਬਾਣਾ ਵਰਤਾਇਆ? ਤੇ ਗੁਰੂ ਪਾਤਸ਼ਾਹ ਕਹਿਣ ਲੱਗੇ, ਅੱਗੇ ਜਿਨ੍ਹਾਂ ਨੇ ਚਰਨ ਪਾਉ ਲੈ ਕੇ ਸਿੱਖੀ ਵਿੱਚ ਪ੍ਰਵੇਸ਼ ਕਰਨਾ ਹੁੰਦਾ ਸੀ ਉਹਨਾਂ ਲਈ ਇਹ ਮਰਜ਼ਾਦਾ ਸੀ। ਆਉਣ ਵਾਲੇ ਸਮੇਂ ਦੇ ਵਿੱਚ ਇਹ ਮਰਜ਼ਾਦਾ ਦੂਰ ਅੰਦੇਸ਼ੀ ਸਤਿਗੁਰੂ ਜੀ ਨੇ ਮਹਿਸੂਸ ਕਰ ਲਿਆ ਕਿ ਹੁਣ ਗੁਰਗੱਦੀ ਦਾ ਵਾਰਸ ਗੁਰੂ ਗ੍ਰੰਥ ਤੇ ਗੁਰੂ ਪੰਥ ਬਣੇਗਾ। ਸਿੱਖ ਕਿਹਦੇ ਚਰਨ ਧੋ ਕੇ ਪੀਂਦੇ ਰਹਿਣਗੇ। ਇਹ ਮਰਜ਼ਾਦਾ ਜਿਹੜੀ ਵਿਅਕਤੀਗਤ ਗੁਰੂ ਜਾਂ ਸ਼ਖਸੀ ਗੁਰੂ ਦੇ ਵੇਲੇ ਤਾਂ ਚੱਲਦੀ ਸੀ, ਤੇ ਉਹ ਸਦਾ ਲਈ ਬੰਦ ਕਰਕੇ ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਦੇ ਪਾਹੁਲ ਦੀ ਮਰਜ਼ਾਦਾ ਵਿੱਚ ਬਦਲ ਦਿੱਤਾ। ਇਹ ਲਈ ਖੰਡੇ ਕੀ ਪਾਹੁਲ ਤੇ ਅੰਮ੍ਰਿਤ ਛਕਣ ਵਿੱਚ ਕੋਈ ਦੋਰਾਮਾ ਨਹੀਂ, ਇੱਕੋ ਹੀ ਗੱਲ ਦੇ ਦੋ ਅਰਥ ਨੇ। ਇਹਨੂੰ ਖੰਡੇ ਕੀ ਪਾਹੁਲ ਕਹਿ ਲਓ, ਇਹਨੂੰ ਅੰਮ੍ਰਿਤ ਕਹਿ ਲਓ। ਮੈਂ ਆਪਣੇ ਖਿਆਲ ਦੇ ਮੁਤਾਬਕ ਕੁਝ ਵਿਚਾਰ ਦਿੱਤੇ ਨੇ, ਆਸ ਹੈ ਪ੍ਰਵਾਨ ਹੋਣਗੇ। ਜੇ ਹੋਰ ਵਿਚਾਰ ਕਰਨੀ ਹੋਵੇ ਉਸ ਵੇਲੇ ਫਿਰ ਵਿਦਵਾਨ ਲੋਕ ਬੈਠੇ ਨੇ, ਵਿਚਾਰ ਕਰ ਸਕਦੇ ਨੇ। ਭੁੱਲ ਗਲਤੀ ਲਿਖੇ ਮਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो बहुत ठीक और सही विचार ਜਿਹੜੇ ਨੇ। ਅੰਮ੍ਰਿਤ ਔਰ ਖੰਡੇ ਕੀ ਪੌਲ ਇੱਕੋ ਹੀ ਚੀਜ਼ ਹੈ। ਅੰਮ੍ਰਿਤ ਦਾ ਮਤਲਬ ਮ੍ਰਿਤੂ ਰਹਿਤ ਹੈ, ਤੇ ਖੰਡੇ ਕੀ ਪੌਲ ਸਾਡੀ ਇੱਕ ਐਸੀ ਵਿਧੀ ਹੈ ਸਿੱਖ ਨੂੰ, ਜਿਹੜਾ ਜੀਵਨ ਗਾਡੀ ਜਿਹੜੀ ਜੀਵਨ ਹੈ ਉਹ ਇੱਕ ਸਹੀ ਗੱਡੀ ਤੇ ਸਹੀ ਰੇਲ ਪਟੜੀ ਤੇ ਚਲਾਉਣ ਦੀ ਇੱਕ ਮਰਿਆਦਾ, ਤਾਂ ਜੇ ਮਨੁੱਖ ਉਹਨਾਂ ਕੰਮਾਂ ਤੋਂ ਬਚ ਜਾਏ ਜਿੰਨੀ ਕਮੀ ਨਾ ਹੀ ਗੁਣ ਤੇ ਕਮੜੇ ਵਿਚਾਰ ਵਿਸਾ। तो इस करके अमृत का मतलब या खंडे की पौल ਨੂੰ आपस मेरा ख्याल है कोई बहुता ਹੁਣ शक नहीं रह गया। तो धन्यवाद जी आप जी का। तो अगला शब्द है सर परमजीत सिंह जी दिल्ली तो पुछते ने कि बाणी विच जो शब्दां दा सिरलेख आंदा है, सिरलेख है देव गंधारी, अगे जिहड़ा फिगर है 5 वो लिखिया हिंसा 5, देव गंधारी 5। ਇਹਨੂੰ ਦੇਵ ਗੰਧਾਰੀ ਪੰਜਵਾਂ ਬੋਲਣਾ ਹੈ ਕਿ ਪੰਜਵੀਂ ਬੋਲਣਾ ਹੈ? ਇਹ ਸਵਾਲ ਪਰਮਜੀਤ ਸਿੰਘ ਜੀ ਦਾ ਹੈ। तो ਗਿਆਨੀ ਅੰਮ੍ਰਿਤਪਾਲ ਸਿੰਘ ਜੀ ਯੂਕੇ ਵਾਲੇ ਬੇਨਤੀ ਆ ਵੀ ਇਹਦੇ ਬਾਰੇ ਚਾਨਣਾ ਪਾਉਂਦੇ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਖਾਲਸਾ ਜੀ ਫਤਿਹ। ਮੈਂ ਚਰਨਜੀਤ ਸਿੰਘ ਵੀਰ ਜੀ ਨੂੰ ਹੁਣੇ ਥੋੜੀ ਜਿਹੀ ਇੱਕ ਦੋ ਚੀਜ਼ਾਂ ਭੇਜ ਰਿਹਾ, ਉਹ ਡਿਸਪਲੇ ਕਰ ਦੇਣਗੇ। ਮੈਂ ਹੁਣੇ ਭੇਜ ਰਿਹਾ। ਜਿੰਨੀਆਂ ਵੀ ਪੁਰਾਤਨ ਹੱਥ ਲਿਖਤ ਬੀੜਾਂ ਹੈਗੀਆਂ ਨੇ, ਉਹਨਾਂ ਸਾਰੀਆਂ ਬੀੜਾਂ ਦੇ ਵਿੱਚ ਮਹਿਲਾ ਪੰਜਵਾਂ ਸਪਸ਼ਟ ਰੂਪ ਦੇ ਵਿੱਚ ਲਿਖਿਆ ਹੋਇਆ ਹੈ। ਮੈਂ ਉਹਨਾਂ ਬੀੜਾਂ ਦੀਆਂ ਫੋਟੋਆਂ ਭੇਜ ਰਿਹਾ ਵਾਂ, ਨਾਲ ਮੈਂ ਇੱਕ ਚੀਜ਼ ਹੋਰ ਭੇਜ ਰਿਹਾ, ਉਹ ਵੀ ਉਹ ਵੀਰ ਜੀ ਡਿਸਪਲੇ ਕਰ ਦੇਣ। ਮੈਂ ਵੀਰ ਚਰਨਜੀਤ ਸਿੰਘ ਜੀ ਨੂੰ ਬੇਨਤੀ ਕਰਦਾ ਵਾਂ ਉਹ ਡਿਸਪਲੇ ਕਰ ਦੇਣ ਕਿ ਜਿੰਨੀਆਂ ਪੁਰਾਤਨ ਇੱਕ ਨਹੀਂ ਸੈਂਕੜਿਆਂ ਦੀ ਗਿਣਤੀ 'ਚ ਜਿਹੜੀਆਂ ਬੀੜਾਂ ਨੇ, ਉਹਨਾਂ ਸਾਰੀਆਂ 'ਚ ਦੇਵ ਗੰਧਾਰੀ ਮਹਿਲਾ ਪੰਜਵਾਂ ਸਪਸ਼ਟ ਰੂਪ ਦੇ ਵਿੱਚ ਲਿਖਿਆ ਹੋਇਆ ਹੈ। ਤੇ ਚਰਨਜੀਤ ਵੀਰ ਜੀ ਨੂੰ ਬੇਨਤੀ, ਮੈਂ ਉਹਨਾਂ ਨੂੰ ਸੈਂਡ ਕਰ ਦਿੱਤਾ WhatsApp ਤੇ ਉਹ ਸ਼ੋ ਕਰ ਦੇਣ ਜੀ ਉੱਤੇ। ਨਾਲ ਇੱਕ ਮੈਂ PDF ਫਾਈਲ ਭੇਜ ਰਿਹਾ, PDF ਫਾਈਲ ਨੂੰ ਵੀ ਉਹ ਕੰਟੀਨਿਊਸਲੀ ਦਿਖਾ ਦੇਣ। 3 ਪੇਜ ਹੈਗੇ ਨੇ, ਉਹ 3 ਪੇਜਾਂ ਸਾਰੀਆਂ ਬੀੜਾਂ ਦੇ ਵੇਰਵੇ ਦਿੱਤੇ ਹੋਏ ਨੇ ਤੇ ਉਹ ਸ਼ੋ ਕਰ ਦੇਣ। तो यानी तो मतलब है भी जिस वेले छापाखाना आया है, छापेखाने करके हुई है सारी चीज़ां। हाँ, मैनू थोड़ी जी तुहानू डिटेल दस देना जी हुण इस बारे च। ਸਭ ਤੋਂ ਪਹਿਲਾਂ ਜਦੋਂ ਪੱਥਰ ਦੇ ਛਾਪੇ, ਜਦੋਂ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਦਾ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਬਾਅਦ ਜਦੋਂ ਉਤਾਰੇ ਕੀਤੇ ਗਏ ਨੇ, ਮੰਨ ਲਓ ਇੱਕ ਉਤਾਰਾ ਹੋਇਆ, ਉਹਦੇ ਚ ਫੋਰ ਐਗਜ਼ਾਮਪਲ ਵੀ 4-5 ਉਕਾਈਆਂ ਰਹਿ ਗਈਆਂ, ਕਿਉਂਕਿ ਜਿੰਨਾ ਮਰਜ਼ੀ ਮਨੁੱਖੀ ਮਨ ਜਿਹੜਾ ਨਾ ਉਹ ਗਲਤੀ ਕਰ ਹੀ ਜਾਂਦਾ ਵੈ। ਮੰਨ ਲਓ 5 ਉਕਾਈਆਂ ਰਹਿ ਗਈਆਂ, ਉਸ ਤੋਂ ਬਾਅਦ ਜਦੋਂ ਦੁਬਾਰਾ ਉਸ ਤੋਂ ਉਤਾਰਾ ਕਰਨਾ ਮੈਂ, ਹੁਣ 5 ਉਕਾਈਆਂ ਨੇ ਤੇ ਉਦਾਂ ਹੀ ਐਜ਼ ਇਟ ਇਜ਼ ਹੀ ਰਹਿਣਾ। ਨਵੇਂ ਉਤਾਰਾ ਕਰਨ ਵਾਲੇ ਨੇ ਆਪਣੇ ਕੋਲੋਂ ਵੀ 5 ਕਰ ਦੇਣੀਆਂ ਨੇ, ਉਹ 10 ਹੋ ਜਾਣੀਆਂ ਨੇ। ਜਦੋਂ ਉਸ 10 ਵਾਲੀਆਂ ਉਕਾਈਆਂ ਚੋਂ ਜਦੋਂ ਫਿਰ ਇੱਕ ਨਵੀਂ ਪੀੜ ਲਿਖੀ ਜਾਣੀ ਹੈ ਤੇ 10 ਉਕਾਈਆਂ ਤੇ ਰਹਿਣਗੀਆਂ ਹੀ ਰਹਿਣਗੀਆਂ, ਕਿਉਂਕਿ ਨਵੇਂ ਲਿਖਣ ਵਾਲੇ ਨੂੰ ਪਤਾ ਨਹੀਂ ਵੀ ਉਕਾਈ ਹੈ, ਉਹਨੇ ਆਪਣੇ ਕੋਲ 5-7 ਹੋਰ ਕਰ ਦੇਣੀਆਂ ਨੇ। ਏਦਾਂ ਉਤਾਰਿਆਂ ਦੇ ਉਤਾਰੇ ਵੱਧੇ ਉਕਾਈਆਂ ਆਉਂਦੀਆਂ ਗਈਆਂ। ਜਦੋਂ ਬੀੜਾਂ ਦੀ ਟਾਈਪਿੰਗ ਕੀਤੀ ਗਈ ਪਹਿਲੀ ਵਾਰ, ਟਾਈਪਿੰਗ ਕਰਨ ਤੋਂ ਬਾਅਦ ਉਹ ਟਾਈਪਿੰਗ ਆਮ ਉਸ ਜ਼ਮਾਨੇ 'ਚ ਸਿੱਖ ਜਿਹੜੇ ਟਾਈਪਿੰਗ ਨਹੀਂ ਸੀ ਕਰਦੇ ਹੁੰਦੇ, ਗੋਰਿਆਂ ਦੇ ਜ਼ਮਾਨੇ ਤੋਂ ਟਾਈਪਿਸਟ ਮਸ਼ੀਨਾਂ ਆਈਆਂ ਸੀਗੀਆਂ ਤੇ ਗੋਰਿਆਂ ਦੇ ਜ਼ਮਾਨੇ ਤੋਂ ਉਹ ਟਾਈਪਿੰਗ ਕਰਨ ਵਾਲੇ ਕੁਝ ਗੋਰੇ ਕਹਿ ਲਓ ਜਾਂ ਕੁਝ ਇਸ ਕੇਰਲ ਦੇ ਲੋਕ ਅਕਸਰ ਮੰਨੇ ਜਾਂਦੇ ਨੇ ਵੀ ਕੇਰਲ ਦੇ ਨੌਜਵਾਨਾਂ ਲੜਕੀਆਂ ਨੇ
ਟਾਈਪਿੰਗ ਕੀਤੀ। ਉਹਨਾਂ ਨੂੰ ਪੰਜਾਬੀ ਦਾ ਗੁਰਮੁਖੀ ਦਾ ਇੰਨਾ ਅਭਿਆਸ ਨਹੀਂ, ਪਰ ਟਾਈਪਿੰਗ ਕਰਕੇ ਸੁਧਾਈ ਤੇ ਉਹਨਾਂ ਨੇ ਕੀਤੀ ਚੰਗੀ ਤਰ੍ਹਾਂ। ਜਿਹੜੀਆਂ ਉਤਾਰਿਆਂ 'ਚ ਗਲਤੀਆਂ ਚਲੀਆਂ ਆ ਰਹੀਆਂ ਸੀ ਉਕਾਈਆਂ, ਉਹ ਤੇ ਆਈਆਂ ਹੀ ਆਈਆਂ। ਟਾਈਪਿੰਗ ਤੋਂ ਬਾਅਦ ਵੀ ਉਹ ਚੰਗੀ ਤਰ੍ਹਾਂ ਸੁਧਾਈ ਨਾ ਕਰਨ ਕਰਕੇ ਬਹੁਤ ਸਾਰੀਆਂ ਉਕਾਈਆਂ ਰਹਿ ਗਈਆਂ। ਇਸ ਤੋਂ ਬਾਅਦ ਕੀ ਹੋਇਆ ਕਿ ਉਹ ਅੱਜ ਤੱਕ ਜਿਹੜੀਆਂ ਚਲੀਆਂ ਆ ਰਹੀਆਂ ਨੇ, ਮੈਂ ਇੱਥੇ ਥੋੜੀ ਤੁਹਾਨੂੰ ਇੱਕ ਹੁਣ ਚੀਜ਼ ਦੱਸਦਾ ਹੋਰ ਕਿ 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਹੈਗਾ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਕੋਲ ਬਹੁਤ ਸਾਰੀਆਂ ਬੀੜਾਂ ਇਕੱਠੀਆਂ ਹੋਈਆਂ। ਪਾਕਿਸਤਾਨ ਤੋਂ ਆਏ ਸਿੱਖਾਂ ਨੇ ਬੀੜਾਂ ਸੰਭਾਲੀਆਂ ਔਖੀਆਂ ਸੀ, ਘਰ-ਬਾਰ ਨਹੀਂ ਸੀ ਉਹਨਾਂ ਕੋਲ, ਉਹ ਬੀੜਾਂ ਜਿਹੜੀਆਂ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦਿੱਤੀਆਂ। 500 ਦੇ ਕਰੀਬ ਹੱਥ ਲਿਖਤ ਦੁਰਲੱਭ ਬੀੜਾਂ ਸਨ, ਜਿਨ੍ਹਾਂ ਨੂੰ ਜਦੋਂ ਦੇਖਿਆ ਸ਼੍ਰੋਮਣੀ ਕਮੇਟੀ ਨੇ ਕਿ ਇੰਨੀਆਂ ਬੀੜਾਂ ਤੇ ਉਹਨਾਂ ਦੇ ਪਾਠ ਭੇਦਾਂ 'ਚ ਫਰਕ ਸੀ, ਕਿ ਸ਼੍ਰੋਮਣੀ ਕਮੇਟੀ ਨੇ ਫਿਰ ਇੱਕ ਕਮੇਟੀ ਗਠਨ 'ਚ ਲਿਆਂਦੀ, ਰਿਸਰਚ ਸਕਾਲਰ ਉਹਦੇ ਦੇ ਵਿੱਚ ਸਰਦਾਰ ਰਣਧੀਰ ਸਿੰਘ ਜੀ, ਗਿਆਨੀ ਕੁੰਦਨ ਸਿੰਘ ਜੀ ਤੇ ਗਿਆਨੀ ਗਿਆਨ ਸਿੰਘ ਸੁਤੰਤਰ ਨਿਹੰਗ ਸਿੰਘ, ਇਹਨਾਂ ਦੀ ਸਬ ਕਮੇਟੀ ਬਣਾ ਕੇ ਕਿਹਾ ਸੀ ਵੀ ਤੁਸੀਂ ਸਾਰੀਆਂ ਹੱਥ ਲਿਖਤ ਬੀੜਾਂ ਨੇ ਉਹਨਾਂ ਦਾ ਅਧਿਐਨ ਕਰੋ ਤੇ ਛਾਪੇ ਵਾਲੀ ਬੀੜ ਦਾ ਅਧਿਐਨ ਕਰੋ। ਉਹਨਾਂ ਤਿੰਨਾਂ ਵਿਦਵਾਨਾਂ ਨੇ 500 ਬੀੜਾਂ ਵਿੱਚੋਂ 60-70 ਬੀੜਾਂ ਛਾਂਟ ਕੇ ਫਿਰ ਉਹਨਾਂ ਨੂੰ ਜਦੋਂ ਦੇਖਿਆ, ਹੱਥ ਲਿਖਤ ਬੀੜਾਂ ਦੇ ਜਿਹੜੇ ਪਾਠ ਨੇ ਉਹ ਲਗਭਗ ਇੱਕੋ ਜਿਹੇ ਨੇ, ਪਰ ਜਿਹੜੀ ਛਾਪੇ ਵਾਲੀਆਂ ਬੀੜਾਂ ਸੀ ਉਹਦੇ 'ਚ ਉਹਨਾਂ ਨੂੰ ਸੈਂਕੜੇ ਹਜ਼ਾਰਾਂ ਉਕਾਈਆਂ ਮਿਲੀਆਂ। ਫਿਰ ਉਹਨਾਂ ਨੇ ਸਾਰੀਆਂ ਉਕਾਈਆਂ ਇਕੱਠੀਆਂ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਕਿਤਾਬ ਛਾਪੀ ਸੀ। ਉਸ ਕਿਤਾਬ ਦਾ ਨਾਮ ਹੈਗਾ ਪਾਠ ਭੇਦਾਂ ਦੀ ਸੂਚੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੰਥਾਂ ਸੈਂਚੀਆਂ ਤੇ ਪੁਰਾਤਨ ਹੱਥ ਲਿਖਤ ਪਾਵਨ ਬੀੜਾਂ ਦੇ ਪਰਸਪਰ ਪਾਠ ਭੇਦਾਂ ਦੀ ਸੂਚੀ, ਇਹ ਸ਼੍ਰੋਮਣੀ ਕਮੇਟੀ ਨੇ ਛਾਪੀ ਸੀਗੀ। ਤੇ ਇਹ ਲਿਖਣ ਵਾਲੇ ਨੇ, ਸੰਪਾਦਨਾ ਕਰਨ ਵਾਲੇ ਸਰਦਾਰ ਰਣਜੀਤ ਸਿੰਘ, ਗਿਆਨੀ ਕੁੰਦਨ ਸਿੰਘ, ਭਾਈ ਗਿਆਨ ਸਿੰਘ, ਨਿਹੰਗ ਸਿੰਘ, ਤੇ ਇਹ ਛਾਪੀ ਗਈ ਸੀ ਜਨਵਰੀ 1977 ਦੇ ਵਿੱਚ। 500 ਕਾਪੀਆਂ ਛਾਪੀਆਂ ਗਈਆਂ ਸੀ। ਬਾਅਦ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਇਹ ਕਿਤਾਬ ਨਹੀਂ ਛਾਪੀ ਗਈ। ਹਾਲਾਂਕਿ ਇਹ ਨਹੀਂ ਕਹਿ ਸਕਦੇ ਇਹ ਕਿਤਾਬ 100% ਠੀਕ ਹੈਗੀ ਹੈ, ਇਹਦੇ ਵਿੱਚ ਵੀ ਕੁਝ ਉਕਾਈਆਂ ਹੋ ਸਕਦੀਆਂ ਨੇ, ਪਰ ਟਾਈਪਿੰਗ ਕਰਦਿਆਂ ਜਿਹੜੀਆਂ ਜਿੰਨੀਆਂ ਵੀ ਉਕਾਈਆਂ ਹੋਈਆਂ ਉਹਨਾਂ ਨੂੰ ਚੰਗੀ ਤਰ੍ਹਾਂ ਹੱਥ ਲਿਖਤ ਬੀੜਾਂ ਨਾਲ ਮਿਲਾ ਕੇ ਸੋਧਿਆ ਨਹੀਂ ਗਿਆ, ਕਿਉਂਕਿ ਜਿੱਥੇ ਟਾਈਪਿੰਗ ਕੀਤੀ ਜਾਣੀ ਹੈ ਉੱਥੇ ਹੱਥ ਲਿਖਤ ਬੀੜ ਪ੍ਰਕਾਸ਼ ਨਹੀਂ ਕੀਤੀ ਜਾਣੀ। ਸੁਭਾਵਕ ਹੈ ਸੰਥਾ ਪੋਥੀਆਂ ਤੋਂ ਹੀ ਟਾਈਪਿੰਗ ਹੋਏਗੀ ਤੇ ਸੰਥਾ ਪੋਥੀਆਂ ਤੋਂ ਹੀ ਟਾਈਪਿੰਗ ਹੋਈ। ਕਿੰਨਾ ਚੰਗਾ ਹੋਵੇ ਅੱਜ ਜੇ ਸ਼੍ਰੋਮਣੀ ਕਮੇਟੀ ਹੱਥ ਲਿਖਤ ਬੀੜਾਂ ਤੋਂ ਸੇਧ ਲੈ ਕੇ ਨਵੇਂ ਸਿਰਿਓਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਸੁਧਾਈ ਕਰਵਾਵੇ ਤੇ ਨਵੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਸੋਧੇ ਹੋਏ ਹੱਥ ਲਿਖਤ ਬੀੜਾਂ ਤੋਂ ਉਸ ਸੰਗਤ ਵਿੱਚ ਦਿੱਤੇ ਜਾਣ। ਅੱਜ ਇਹ ਅਤਿਅੰਤ ਲੋੜ ਹੈ, ਕਿਉਂਕਿ ਹੋਰ 100 ਸਾਲ ਬਾਅਦ ਜੇ ਇਹ ਕੰਮ ਨਾ ਕੀਤਾ ਗਿਆ, 100 ਸਾਲ ਬਾਅਦ ਇਸ ਬੀੜ ਨੂੰ ਗੋਰਿਆਂ ਨੇ ਵੀ ਪੜ੍ਹਨਾ ਹੈ, ਬਾਹਰਲੀ ਕਮਿਊਨਿਟੀਆਂ ਨੇ ਵੀ ਪੜ੍ਹਨਾ ਹੈ। ਉਹਨਾਂ ਨੇ ਕਹਿਣਾ ਵੀ ਗੁਰਬਾਣੀ ਦੀ ਵਿਆਕਰਣ ਤੇ ਇਹਦੇ ਉੱਤੇ ਲਾਗੂ ਹੋ ਹੀ ਨਹੀਂ ਰਹੀ। ਕਿਵੇਂ ਸਿੱਖ ਕਹਿੰਦੇ ਨੇ ਕਿ ਗੁਰਬਾਣੀ ਦੀ ਵਿਆਕਰਣ ਅਲੱਗ ਹੈਗੀ ਹੈ, ਪਰ ਹੱਥ ਲਿਖਤ ਬੀੜਾਂ ਉੱਪਰ ਗੁਰਬਾਣੀ ਦੀ ਸਾਰੀ ਵਿਆਕਰਣ ਟੁਕਦੀ ਹੈ, ਸਿਰਫ ਛਾਪੇ ਵਾਲੀਆਂ ਬੀੜਾਂ ਤੇ ਨਹੀਂ ਟੁਕ ਰਹੀ, ਕਿਉਂਕਿ ਇਹਦੇ ਵਿੱਚ ਕੁਝ ਉਕਾਈਆਂ ਨੇ। ਇਸ ਕਰਕੇ ਜਲਦੀ ਤੋਂ ਜਲਦੀ ਇਹਦੇ ਵਿੱਚ ਸੋਧ ਕਰ ਲੈਣੀ ਚਾਹੀਦੀ ਹੈ। ਯਾਨੀ ਜੋਗਿੰਦਰ ਸਿੰਘ ਵਿਦਾਂਤੀ ਹੋਰਾਂ ਨੇ ਇਹ ਮਤਾ ਪਾਇਆ ਸੀ ਜਦੋਂ ਆਪਣੇ ਟਾਈਮ ਤੇ ਜਥੇਦਾਰ ਸਨ। 2 ਵਾਰੀ ਮਤਾ ਪਿਆ, ਮਤਾ ਪਾਸ ਹੋਇਆ। ਜਦੋਂ ਬੀੜਾਂ ਦੀ ਸੁਧਾਈ ਕਰਨ ਲੱਗੇ ਯਾਨੀ ਵਿਦਾਂਤੀ ਜੀ ਉਹ ਪਦਵੀ ਤੋਂ ਪਰੇ ਹੋ ਗਏ ਤੇ ਉਹ ਸਾਰਾ ਮਾਮਲਾ ਠੰਡੇ ਬਸਤੇ 'ਚ ਪੈ ਗਿਆ। ਹੁਣ ਫਿਰ ਦੁਬਾਰਾ ਨਵੇਂ ਸਿਰਿਓਂ ਇਹ ਕੰਮ ਸ਼ੁਰੂ ਹੋਇਆ, ਨਵੇਂ ਸਿਰਿਓਂ ਫਿਰ ਮਤਾ ਪੈ ਰਿਹਾ ਤੇ ਇਹ ਜਿਹੜੇ ਹੁਣ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਛਪ ਰਹੀਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਾਲ ਦੇ ਵਿੱਚ, ਉਹਦੇ ਵਿੱਚ ਉਹ ਲਗਭਗ 20% ਸੁਧਾਈ ਕਰ ਰਹੇ ਨੇ, 100% ਨਹੀਂ ਕਰ ਰਹੇ। 20% ਤਾਂ ਕਰ ਰਹੇ ਨੇ, 80% ਤਾਂ ਨਹੀਂ ਕਰ ਰਹੇ, ਕਿਉਂਕਿ ਕੁਝ ਜਥੇਬੰਦੀਆਂ ਬਜਿੱਦ ਹੋ ਗਈਆਂ ਨੇ, ਨਹੀਂ ਜੋ ਛਪਿਆ ਉਹੀ ਸੱਚ ਹੈ, ਉਹਨੂੰ ਤੁਸੀਂ ਬਦਲ ਨਹੀਂ ਸਕਦੇ। 80% ਅਜੇ ਵੀ ਉਹਨਾਂ ਜਥੇਬੰਦੀਆਂ ਦੀ ਜਿੱਦ ਦੇ ਕਾਰਨ ਨਹੀਂ ਬਦਲਿਆ ਜਾ ਰਿਹਾ, ਪਰ 20% ਉਹਨਾਂ ਦੇ ਉਹਨਾਂ ਨਾਲ ਮਿਲ ਕੇ ਮਿਲਵਰਤਨ ਵਿੱਚ ਉਹਨਾਂ ਨੂੰ ਲੈ ਕੇ 20% ਸੁਧਾਈਆਂ ਜਿਹੜੀਆਂ ਨੇ ਉਕਾਈਆਂ ਦੀਆਂ ਇਸ ਸਾਲ ਵਿੱਚ ਕੀਤੀਆਂ ਜਾ ਰਹੀਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ। ਪਰ ਲੋੜ ਹੈ ਕਿ ਸਾਰੀਆਂ ਹੱਥ ਲਿਖਤ ਪ੍ਰਮਾਣਿਕ ਬੀੜਾਂ ਤੋਂ ਸੇਧ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਬਿਲਕੁਲ ਸ਼ੁੱਧ ਛਾਪੀ ਜਾਏ। ਅੱਜ ਸਮੇਂ ਦੀ ਬੜੀ ਲੋੜ ਹੈਗੀ ਹੈ। ਹਾਂਜੀ, ਠੀਕ ਹੈ ਜੀ, ਇਹ ਬੜਾ ਪੰਥ ਲਈ ਬੜਾ ਅਹਿਮ ਮਸਲਾ ਹੈ, ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਪਰ ਸ਼੍ਰੋਮਣੀ ਕਮੇਟੀ ਦੀਆਂ ਮਜਬੂਰੀਆਂ ਵੀ ਕਈ ਹੋ ਸਕਦੀਆਂ ਨੇ, ਜਿਵੇਂ ਹੁਣ ਵੀਰ ਜੀ ਨੇ ਥੋੜਾ ਜਿਹਾ ਇਸ਼ਾਰਾ ਕੀਤਾ। ਤੋ ਅਦਰਵਾਈਜ਼ ਨੇ ਜਿਹੜਾ ਜਿੱਥੋਂ ਤੱਕ ਜਿਹੜਾ ਨੇ ਸਵਾਲ ਭੇਜਿਆ ਸਾ ਪਰਮਜੀਤ ਸਿੰਘ ਜੀ, ਉਹ ਤੁਸੀਂ ਇਹ ਜਿਹੜੀ ਹੱਥ ਲਿਖਤ ਪੰਜਵਾਂ ਕਹਿਣਾ ਚਾਹੀਦਾ ਜੀ, ਮਹਿਲਾ ਪੰਜਵਾਂ। ਹਾਂਜੀ, ਤੇ ਉਹ ਖੱਬੇ ਹੱਥ ਜਿਹੜੇ ਸਾਹਮਣੇ ਦਿਸਦਾ ਪੰਨਾ, ਉਹਦੇ ਤੇ 5 ਵਾਰੀ ਇਹ ਸ਼ਬਦ ਆਇਆ ਤੇ 5 ਵਾਰੀ ਦੇਵਗੰਧਾਰੀ ਮਹਿਲਾ ਪੰਜਵਾਂ ਲਿਖਿਆ। ਤੋ ਇਸ ਕਰਕੇ ਤੁਹਾਡਾ ਜਿਹੜਾ ਸਵਾਲ ਹੈ ਉਹਦਾ ਉੱਤਰ ਹੈ ਕਿ ਦੇਵਗੰਧਾਰੀ ਪੰਜਵਾਂ ਨੂੰ ਦੇਵਗੰਧਾਰੀ ਮਹਿਲਾ ਪੰਜਵਾਂ ਜਿਹੜਾ ਇਹ ਹੈ। ਤੇ ਪਰ ਪਾਠ ਕਰਨੇ ਆਮ ਅਸੀਂ ਲੋਕ ਵੀ ਦੇਵਗੰਧਾਰੀ ਪੰਜਵਾਂ ਹੀ ਪੜ੍ਹਦੇ ਹਾਂ, ਕਿਉਂਕਿ ਮਹਿਲਾ ਲਿਖਿਆ ਨਹੀਂ ਗਾ। ਹੁਣ ਅੱਜ ਕਲੀਅਰ ਕੀਤੀ ਹੈ ਵੀਰ ਜੀ ਨੇ ਕਿ ਇਹ
ਸਿਰਫ ਛਾਪੇਖਾਨੇ ਦੀ ਜਿਹੜੀ ਭੀੜ ਹੈ ਉਹਦੇ ਆਉਣ ਦੇ ਨਾਲ ਜਿਹੜੀਆਂ ਉਕਾਈਆਂ ਰਹਿ ਗਈਆਂ ਨੇ ਉਹ ਸਿੱਖ ਪੰਥ ਪਈਆਂ ਨੇ, ਤੇ ਹਾਲਾਂਕਿ ਹੋਣੀਆਂ ਨਹੀਂ ਚਾਹੀਦੀਆਂ। ਇਹ ਜਿਹੜੀਆਂ ਗੱਲਾਂ ਨੇ ਸਮਾਂ ਪਾ ਕੇ ਕੁਝ ਹੋਰ ਦਾ ਹੋਰ ਹੀ ਬਣ ਜਾਂਦੀਆਂ ਨੇ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਰੇ ਪੰਥ ਵਿੱਚ ਏਕਤਾ ਹੋਵੇ, ਸਾਰੇ ਅਸੀਂ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਉਹਦੇ ਅਨੁਸਾਰ ਆਪਣਾ ਜੋ ਵੀ ਕਾਰਜ ਹੈ ਉਹ ਕਰੀਏ, ਔਰ ਗੁਰਬਾਣੀ ਦੀ ਸਹੀ ਸੇਧ ਸਾਨੂੰ ਮਿਲੇ। ਇਹ ਸਤਿਗੁਰੂ ਪਾਸੋਂ ਸਾਡੀ ਅਰਦਾਸ ਹੈ, ਮੰਗ ਹੈ। ਤੋ ਅੱਜ ਦਾ ਇਹ ਜੋ ਸਮਾਂ ਹੁਣ ਹੋ ਗਿਆ, ਸ਼ਬਦ ਸਵਾਲ ਤਾਂ 2 ਅੱਜ ਬਕਾਏ ਨੇ, ਪਰ ਉਹ ਆਪਾਂ ਅਗਲੇ ਹਫਤੇ ਲਵਾਂਗੇ। ਉਹ ਜਿਨ੍ਹਾਂ ਦੇ ਸਵਾਲ ਨੇ ਉਹਨਾਂ ਪਾਸੋਂ ਮੈਂ ਖਿਮਾ ਮੰਗਦਾ, ਕਿਉਂਕਿ ਜਿਹੜੇ ਸਵਾਲ ਪਹਿਲੇ ਆਏ ਸਨ ਜਾਂ ਪਿਛਲੇ ਹਫਤੇ ਰਹਿ ਗਏ ਸਨ ਉਹ ਡਿਸਕਸ ਹੋ ਗਏ ਨੇ। ਜਿਹੜੇ ਬਿਲਕੁਲ ਕੱਲ ਆਏ ਨੇ ਉਹ 2 ਸ਼ਬਦ ਨੇ ਜਿਹੜੇ ਰਹਿ ਗਏ ਨੇ, ਜਾਂ ਇੱਕ ਸ਼ਬਦ ਉਹ ਹੈ ਜਿਸ ਵੀਰ ਦਾ ਇੱਕ ਸ਼ਬਦ ਦਾ ਜਵਾਬ ਦੇ ਦਿੱਤਾ ਗਿਆ, ਉਹਨਾਂ ਦੇ 2 ਸ਼ਬਦ ਸਨ। ਤੋ ਜਿਵੇਂ ਪਿੱਛੇ ਵੀ ਬੇਨਤੀ ਕੀਤੀ ਸੀ, ਸਮੇਂ ਦੀ ਲਿਮਿਟੇਸ਼ਨ ਦੇਖਦੇ ਹੋਇਆ ਜੇ ਇੱਕ ਤੋਂ ਜ਼ਿਆਦਾ ਕਿਸੇ ਦੇ ਸ਼ਬਦ ਆਉਂਦੇ ਨੇ ਤੇ ਸਵਾਲ ਆਉਂਦੇ ਨੇ ਤਾਂ ਇੱਕ ਲਿਆ ਜਾਏਗਾ। ਤੋ ਉਸ ਵੀਰ ਦਾ ਸ਼ਬਦ ਜਿਹੜਾ ਸਵਾਲ ਹੈ ਉਹ ਅਗਲੇ ਹਫਤੇ ਲਵਾਂਗੇ। ਤੋ ਸਾਰੇ ਪੈਨਲ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ, ਸਾਰੀ ਸੰਗਤ ਦਾ ਵੀ ਬੜਾ ਧੰਨਵਾਦ ਹੈ। ਵਿਚਾਰਾਂ ਕਰਦਿਆਂ ਕੋਸ਼ਿਸ਼ ਕੀਤੀ ਹੈ ਸਾਰਿਆਂ ਵੀਰਾਂ ਨੇ, ਪੈਨਲ ਦੇ ਮੈਂਬਰਸ ਨੇ, ਕਿ ਵੱਧ ਤੋਂ ਵੱਧ ਜੋ ਉਹਨਾਂ ਪਾਸ ਅਵੇਲੇਬਲ ਨੌਲੇਜ ਹੈ ਸਤਿਗੁਰੂ ਦੀ ਬਖਸ਼ਿਸ਼ ਨਾਲ ਉਹ ਸਾਂਝਾ ਕੀਤਾ। ਫਿਰ ਵੀ ਉਕਾਈ ਕੋਈ ਰਹਿ ਸਕਦੀ ਹੈ, ਜਾਂ ਇਹਦੀ ਹੋਰ ਵੀ ਜਿਹੜੀ ਕੋਈ ਖੋਜ ਕਿਸੇ ਚੀਜ਼ ਦੀ ਲੋੜ ਹੋਵੇ ਅੱਗੇ ਤੋਂ ਆਏਗੀ। ਜੇ ਕੋਈ ਚੀਜ਼ ਆਉਂਦੀ ਹੈ ਚੀਜ਼, ਅਸੀਂ ਉਹਨੂੰ ਜ਼ਰੂਰ ਐਕਸੈਪਟ ਕਰਾਂਗੇ ਜੇ ਉਹ ਗੁਰਮਤਿ ਅਨੁਸਾਰੀ ਹੈ। ਤੋ ਐਕਸੈਪਟ ਜ਼ਰੂਰ ਕਰਾਂਗੇ। ਇਹ ਵੀ ਸਾਡੇ ਅੰਦਰ ਭਾਵਨਾ ਹੋਣੀ ਚਾਹੀਦੀ ਹੈ ਕਿ ਇਹ ਨਹੀਂ ਕਿ ਜੋ ਪੁਰਾਣਾ ਚੱਲਦਾ ਉਹਨੂੰ ਬਜ਼ਿੱਦ ਨਹੀਂ ਹੋਣਾ ਚਾਹੀਦਾ। ਦੇਖੀਏ ਵੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਵਨਾ ਨਾਲ ਮਿਲਦੀ ਹੈ, ਸਾਡੀ ਮਰਿਆਦਾ ਨਾਲ ਮਿਲਦੀ ਹੈ, ਤੇ ਉਹ ਜ਼ਰੂਰ ਅਸੀਂ, ਮੈਂ ਖੁਦ ਕਈ ਗੱਲਾਂ ਜਿਸ ਵੇਲੇ ਇੱਥੋਂ ਸੁਣਦੇ ਹਾਂ ਤੇ ਕਈ ਐਸੇ ਕਨਫਿਊਜ਼ਨ ਨੇ ਜਿਹੜੇ ਸਾਡੇ ਮਨ 'ਚ ਪਹਿਲੇ ਸਨ, ਪਰ ਹੁਣ ਸੁਣਨ ਤੋਂ ਬਾਅਦ ਉਹ ਸ਼ੰਕੇ ਨਿਵਰਤ ਹੋ ਗਏ ਨੇ, ਤੇ ਸਾਨੂੰ ਆਪਣੇ ਆਪ ਨੂੰ ਉਹਦੇ ਮੁਤਾਬਕ ਅਮੈਂਡ ਜਿਹੜਾ ਉਹ ਕਰਨ ਦੀ ਵੀ ਆਦਤ ਹੋਣੀ ਚਾਹੀਦੀ। ਤੋ ਇਹਨਾਂ ਲਫ਼ਜ਼ਾਂ ਨਾਲ ਮੈਂ ਆਪ ਸਭ ਜੀ ਦਾ ਧੰਨਵਾਦ ਕਰਦਾ। ਵੀਰ ਹਰਜੀਤ ਸਿੰਘ ਜੀ ਵੀ ਜਿਹੜੇ ਰੋਜ਼ਾਨਾ ਇਸ ਕਲਾਸ ਨੂੰ ਚਲਾਉਂਦੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।